हाँ जी दोस्तों, स्वागत है ਤੁਹਾਡਾ ਸਾਰਿਆਂ ਦਾ ਸਟੱਡੀ ਫਾਈਟਰਸ ਦੇ ਵਿੱਚ। ਜਿਵੇਂ ਕਿ ਤੁਹਾਨੂੰ ਪਤਾ ਹੈ ਕਿ ਆਪਣੇ ਚੈਨਲ ਦੇ ਉੱਤੇ ਸੀਟੈਟ ਪੰਜਾਬੀ ਪੈਡਾਗੋਜੀ ਦੀ ਸੀਰੀਜ਼ ਚੱਲ ਰਹੀ ਹੈ, ਜਿਸ ਦੀ ਅੱਜ ਇਹ ਕਲਾਸ ਅਸੀਂ ਕੈਰੀ ਆਨ ਕਰ ਰਹੇ ਹਾਂ। ਇਸ ਕਲਾਸ ਦੇ ਵਿੱਚ ਅੱਜ ਅਸੀਂ ਨਿਊ ਟੌਪਿਕ ਸਟਾਰਟ ਕਰਾਂਗੇ ਪੈਡਾਗੋਜੀ ਦਾ। ਇਸ ਤੋਂ ਪਹਿਲਾਂ ਅਸੀਂ ਭਾਸ਼ਾ ਕੌਸ਼ਲ ਵਾਲਾ ਟੌਪਿਕ ਕੰਪਲੀਟ ਕਰ ਚੁੱਕੇ ਹਾਂ। ਤਾਂ ਦੋਸਤੋ, ਇੱਕ ਖੁਸ਼ਖਬਰੀ ਵੀ ਤੁਹਾਡੇ ਨਾਲ ਸਾਂਝੀ ਕਰਨੀ ਹੈ ਕਿ ਆਪਣੀ ਚੈਨਲ ਦੀ ਸਟੱਡੀ ਫਾਈਟਰਸ ਦੀ ਆਫੀਸ਼ੀਅਲੀ ਐਪ ਹੈ ਜਿਹੜੀ ਉਹ ਰੈਡੀ ਹੋ ਚੁੱਕੀ ਹੈ। ਤੁਸੀਂ ਪਲੇ ਸਟੋਰ ਦੇ ਉੱਤੇ ਜਾ ਕੇ ਇਹ ਐਪ ਨੂੰ ਡਾਊਨਲੋਡ ਕਰ ਸਕਦੇ ਹੋ। ਅਤੇ ਉਸ ਤੋਂ ਵੀ ਇੱਕ ਵਧੀਆ ਗੱਲ ਹੋਰ ਕਿ ਅਸੀਂ ਨੇ ਪ੍ਰੀਫਰੈਂਸ ਦਿੰਦੇ ਹੋਏ ਹਾਂ ਸੀਟੈਟ ਦੇ ਪ੍ਰੀਵੀਅਸ ਈਅਰ ਦੇ ਕੁਝ ਕੁਐਸਚਨ ਪੇਪਰ ਅਪਲੋਡ ਕਰ ਦਿੱਤੇ ਨੇ। ਬਾਕੀ ਜੋ ਕੁਐਸਚਨ ਪੇਪਰ ਨੇ ਉਹ ਵੀ ਤੁਹਾਨੂੰ ਸਮਾਂ ਪਾ ਕੇ ਮਿਲ ਜਾਣਗੇ, ਠੀਕ ਹੈ ਜੀ। ਅਤੇ ਇਸ ਤੋਂ ਬਿਨਾਂ ਇੱਕ ਸੀਟੈਟ ਦਾ ਅਸੀਂ ਨੇ ਇਸ ਦੇ ਵਿੱਚ ਟੈਸਟ ਵੀ ਬਣਾਇਆ ਪੰਜਾਬੀ ਦਾ, ਤਾਂ ਤੁਸੀਂ ਉਸ ਟੈਸਟ ਨੂੰ ਜ਼ਰੂਰ ਟਰਾਈ ਕਰੋ, ਠੀਕ ਹੈ। ਕਦੋਂ ਵੀ ਦੇ ਸਕਦੇ ਹੋ ਟੈਸਟ ਨੂੰ, ਕੋਈ ਟਾਈਮਿੰਗ ਫਿਕਸ ਨਹੀਂ ਹੈਗੀ, ਠੀਕ ਹੈ। ਅਤੇ ਨਾਲ ਤੁਸੀਂ ਪ੍ਰੀਵੀਅਸ ਈਅਰ ਦੇ ਜਿਹੜੇ ਕੁਐਸਚਨ ਪੇਪਰ ਨੇ ਜਾ ਕੇ ਇਹ ਵੀ ਜ਼ਰੂਰ ਦੇਖੋ ਇਸ ਐਪ ਦੇ ਵਿੱਚ। ਇਹ ਦੇਖੋ ਤੁਸੀਂ ਕੀ ਕਰੋਗੇ, ਸਟੱਡੀ ਫਾਈਟਰਸ ਨੂੰ ਇੰਸਟਾਲ ਕਰੋਗੇ ਪਹਿਲਾਂ, ਜਾਂ ਫਿਰ ਲਿੰਕ ਤੁਹਾਨੂੰ ਨੀਚੇ ਡਿਸਕ੍ਰਿਪਸ਼ਨ ਦੇ ਦਾਂਗੇ, ਪਿੰਨ ਕਰ ਦਾਂਗੇ, ਉੱਥੇ ਪਿੰਨ ਕਰ ਦਾਂਗੇ ਨੀਚੇ ਕਮੈਂਟ ਬਾਕਸ ਦੇ ਵਿੱਚ, ਠੀਕ ਹੈ ਜੀ। ਤੁਸੀਂ ਫਰੀ ਕੰਟੈਂਟ ਵਾਲੇ ਫੋਲਡਰ ਜਾਓਗੇ ਤਾਂ ਸੀਟੈਟ ਪ੍ਰੀਵੀਅਸ ਈਅਰ ਕੁਐਸਚਨ ਪੇਪਰ ਤੁਹਾਨੂੰ ਉੱਥੇ ਮਿਲ ਜਾਣਗੇ, ਠੀਕ ਹੈ ਜੀ। ਅਦਰਵਾਈਜ਼ ਅਸੀਂ ਇਸ ਦਾ ਅਲੱਗ ਤੋਂ ਹੋਲਡਰ ਬਣਾ ਦਾਂਗੇ, ਤੁਸੀਂ ਉੱਥੇ ਚੈੱਕ ਕਰ ਸਕਦੇ ਹੋ। ਅਤੇ ਇੱਕ ਜਦੋਂ ਤੁਸੀਂ ਇਹ ਐਪ ਨੂੰ ਖੋਲ੍ਹਦੇ ਹੋ, ਇੱਥੇ ਸਾਈਡ 'ਤੇ ਜਿਹੜੀ ਮੀਨੂ ਬਾਰ ਦਿਸਦਾ ਹੁੰਦਾ ਆਪਾਂ ਨੂੰ ਸਾਈਡ ਤੋਂ, ਤੁਸੀਂ ਉੱਥੇ ਤੋਂ ਕਲਿੱਕ ਕਰਕੇ ਫਰੀ ਟੈਸਟ ਵਾਲੇ ਸੈਕਸ਼ਨ ਦੇ ਵਿੱਚ ਜਾ ਕੇ ਟੈਸਟ ਟਰਾਈ ਕਰ ਸਕਦੇ ਹੋ ਸਕਦਾ ਤੁਸੀਂ ਇਹ ਵੀਡੀਓ ਬਾਅਦ ਦੇ ਵਿੱਚ ਦੇਖ ਰਹੇ ਹੋਵੋ, ਉਦੋਂ ਹੋਰ ਵੀ ਕੰਟੈਂਟ ਇਸ ਦੇ ਵਿੱਚ ਐਡ ਕਰ ਦਿੱਤਾ ਜਾਵੇ। ਤਾਂ ਦੋਸਤੋ, ਅੱਜ ਜੋ ਅਸੀਂ ਟੌਪਿਕ ਸਟਾਰਟ ਕਰ ਰਹੇ ਹਾਂ, ਇਸ ਟੌਪਿਕ ਦਾ ਨਾਂ ਹੈ ਜਿਹੜਾ ਮੈਂ ਸਿਲੇਬਸ ਦੇ ਵਿੱਚੋਂ ਤੁਹਾਡਾ ਜੋ ਸਿਲੇਬਸ ਸੀ ਉਸ ਦੇ ਵਿੱਚੋਂ ਇੱਦਾਂ ਹੀ ਸਿਲੈਕਟ ਕਰ ਲਿਆ ਨਾਮ, ਠੀਕ ਹੈ। ਤਾਂ ਇਸ ਟੌਪਿਕ ਦਾ ਨਾਂ ਹੈ ਜੀ ਰੋਲ ਆਫ ਲਿਸਨਿੰਗ ਐਂਡ ਸਪੀਕਿੰਗ ਲੈਂਗੁਏਜ ਐਂਡ ਹਾਊ ਚਿਲਡਰਨ ਯੂਜ਼ ਇਟ ਐਜ਼ ਏ ਟੂਲ। ਤਾਂ ਜਿਹੜਾ ਬੱਚਾ ਹੈਗਾ, ਜੋ ਸਟੂਡੈਂਟ ਹੈਗਾ, ਉਹ ਇਸ ਨੂੰ ਕਿਸ ਤਰੀਕੇ ਨਾਲ ਯੂਜ਼ ਕਰ ਸਕਦਾ ਹੈ ਐਜ਼ ਏ ਟੂਲ। ਤਾਂ ਦੇਖੋ ਜੀ, ਇਹ ਟੌਪਿਕ ਇੱਦਾਂ ਹੀ ਤੁਹਾਡਾ ਟਾਈਟਲ ਇਸ ਦੇ ਵਿੱਚ ਸਿਲੇਬਸ ਦੇ ਵਿੱਚ ਦਿੱਤਾ ਹੋਇਆ ਸੀ। ਮੀਨਿੰਗ ਕੀ ਹੈ ਇਸ ਦਾ ਕਿ ਜੋ ਲਿਸਨਿੰਗ ਹੈ, ਆਪਾਂ ਨੇ ਕੀ ਪੜ੍ਹਿਆ ਸੀ, ਲਿਸਨਿੰਗ ਕੀ ਇੱਕ ਸਕਿੱਲ ਹੈ, ਯਾਨੀ ਕਿ ਸੁਣਨਾ ਕੀ ਇੱਕ ਸਕਿੱਲ ਹੈ, ਕੌਸ਼ਲ ਹੈ। ਤਾਂ ਦੇਖੋ ਜੀ, ਜੋ ਸਪੀਕਿੰਗ ਹੈ ਇਹ ਵੀ ਇੱਕ ਕੌਸ਼ਲ ਹੈ। ਤਾਂ ਹੁਣ ਲਿਸਨਿੰਗ ਅਤੇ ਸਪੀਕਿੰਗ ਨੂੰ ਬੱਚੇ ਨੇ ਕਿਸ ਤਰ੍ਹਾਂ ਵਰਤਣਾ ਹੈ, ਕੀ ਰੋਲ ਹੈ ਇਸ ਦਾ, ਇਸ ਰੋਲ ਨੂੰ ਆਪਾਂ ਸਮਝਾਂਗੇ। ਦੇਖੋ ਦੋਸਤੋ, ਜੋ ਪੰਜਾਬੀ ਦੀ ਪੈਡਾਗੋਜੀ ਤਾਂ ਆਪਾਂ ਕਵਰ ਕਰ ਹੀ ਰਹੇ ਹਾਂ, ਨਾਲ ਕੁਝ ਟੌਪਿਕ ਅਜਿਹੇ ਨੇ ਵੀ ਤੁਹਾਡੇ ਇੰਗਲਿਸ਼ ਦੇ ਵੀ ਆਟੋਮੈਟਿਕਲੀ ਨਾਲ ਕਵਰ ਹੋ ਜਾਣਗੇ। ਇਸ ਕਰਕੇ ਅਸੀਂ ਨਾਲ ਕੁਝ ਚੀਜ਼ਾਂ ਟਰਾਂਸਲੇਟ ਕਰਕੇ ਕਰਾਉਣ ਦੀ ਕੋਸ਼ਿਸ਼ ਵੀ ਕਰਾਂਗੇ। ਤਾਂ ਦੇਖੋ ਜੀ, ਸਭ ਤੋਂ ਪਹਿਲਾਂ ਆਪਾਂ ਗੱਲ ਕਰਦੇ ਹਾਂ ਲਿਸਨਿੰਗ ਦੀ। ਲਿਸਨਿੰਗ ਨੂੰ ਸਮਝਾਂਗੇ ਆਪਾਂ ਪੂਰਾ ਡਿਟੇਲ ਦੇ ਵਿੱਚ। ਤਾਂ ਦੇਖੋ ਜੀ, ਲਿਸਨਿੰਗ ਕੀ ਇੱਕ ਕੌਸ਼ਲ ਹੈ ਅਤੇ ਗ੍ਰਹਿਣ ਕੌਸ਼ਲ ਹੈ, ਯਾਨੀ ਕਿ ਸੁਣ ਕੇ ਸਮਝਣਾ, ਠੀਕ ਹੈ। ਲਿਸਨਿੰਗ ਆਪਾਂ ਕਹਿ ਸਕਦੇ ਹਾਂ ਸੁਣਨਾ। ਤਾਂ ਦੇਖੋ ਜੀ, ਇਸ ਦੇ ਵਿੱਚ ਕੀ ਹੈਗਾ ਕਿ ਜਦੋਂ ਆਪਾਂ ਕਿਸੇ ਚੀਜ਼ ਨੂੰ ਸੁਣ ਰਹੇ ਹਾਂ, ਸਮਝ ਰਹੇ ਹਾਂ, ਤਾਂ ਉਹ ਲਿਸਨਿੰਗ ਹੈ। ਤਾਂ ਸਿਖਿਆਰਥੀਆਂ ਦੀ ਸਰਗਰਮ ਸ਼ਮੂਲੀਅਤ, ਫੋਕਸ ਅਤੇ ਧਿਆਨ ਇਸ ਦੇ ਵਿੱਚ ਸ਼ਾਮਿਲ ਹੁੰਦਾ ਹੈ। ਮਤਲਬ ਕਿ ਜਦੋਂ ਬੱਚਾ ਸੁਣ ਰਿਹਾ ਹੈ ਤਾਂ ਇਹਦਾ ਮਤਲਬ ਉਹ ਉਸ ਦੇ ਵਿੱਚ ਸ਼ਾਮਿਲ ਹੈ, ਉਸ ਦੀ ਸ਼ਮੂਲੀਅਤ ਹੈ, ਐਕਟਿਵ ਇੰਗੇਜਮੈਂਟ ਹੈ ਉਸ ਦੀ, ਠੀਕ ਹੈ। ਆਪਾਂ ਕਹਿ ਸਕਦੇ ਹਾਂ ਐਕਟਿਵ ਇੰਗੇਜਮੈਂਟ ਆਫ ਲਰਨਰ। ਇਟ ਮੀਨ ਜੀ ਉਸਦਾ ਫੋਕਸ ਉਸ ਚੀਜ਼ 'ਤੇ, ਉਸ ਦੀ ਅਟੈਂਸ਼ਨ ਹੈ। ਫੋਰ ਐਗਜ਼ਾਮਪਲ, ਤੁਸੀਂ ਇਹ ਕਲਾਸ ਨੂੰ ਸੁਣ ਰਹੇ ਹੋ, ਇਟ ਮੀਨਸ ਤੁਸੀਂ ਸਾਰੇ ਕੰਮਾਂ ਨੂੰ ਛੱਡਾ ਕੇ ਕਲਾਸ 'ਤੇ ਧਿਆਨ ਹੈ ਤੁਹਾਡਾ, ਕਲਾਸ ਦੇ ਉੱਤੇ ਫੋਕਸ ਹੈ, ਠੀਕ ਹੈ ਜੀ। ਤਾਂ ਤੁਸੀਂ ਕੀ ਕਰ ਰਹੇ ਹੋ, ਮੋਬਾਇਲ ਵੀ ਚੁੱਕਿਆ ਹੋਇਆ ਹੱਥ 'ਚ ਜਾਂ ਕਿਸੇ ਹੋਰ ਸਾਧਨ ਤੋਂ ਦੇਖ ਰਹੇ ਹੋ, ਮੋਬਾਇਲ ਹੱਥ ਚੁੱਕਿਆ ਹੋਇਆ, ਤੁਸੀਂ ਨਾਲ ਵੀਡੀਓ ਵੀ ਪਲੇਅ ਕੀਤੀ ਹੈ, ਐਪ ਖੋਲ੍ਹ ਕੇ ਵੀਡੀਓ ਪਲੇਅ ਕੀਤੀ ਹੈ। ਤਾਂ ਇੱਕ ਤੁਹਾਡੀ ਐਕਟਿਵ ਇਨਵੋਲਵਮੈਂਟ ਹੈ ਉਹਦੇ 'ਚ, ਮਤਲਬ ਕਿ ਤੁਸੀਂ ਇੰਗੇਜ ਹੋਏ ਹੋ ਚੀਜ਼ ਦੇ ਉੱਤੋਂ, ਉਸ ਦੇ ਵਿੱਚ ਤੁਸੀਂ ਐਕਟਿਵ ਹੋਣਾ, ਠੀਕ ਹੈ। ਤੁਸੀਂ ਕੀ ਕਰ ਰਹੇ ਹੋ, ਸੁਣ ਰਹੇ ਹੋ। ਇਟ ਮੀਨਜ਼ ਸੁਣਨਾ, ਜੇਕਰ ਹੁਣ ਤੁਸੀਂ ਨੇ ਚੰਗੇ ਤਰੀਕੇ ਨਾਲ ਸੁਣਨਾ ਹੈ, ਇਹਦਾ ਮਤਲਬ ਤੁਹਾਨੂੰ ਐਕਟਿਵ ਹੋ ਕੇ ਉਸ ਦੇ ਵਿੱਚ ਸ਼ਾਮਿਲ ਹੋਣਾ ਪਏਗਾ। ਤਾਂ ਹੁਣ ਇੱਥੇ ਤੋਂ ਕੁਐਸਚਨ ਕਿੱਦਾਂ ਬਣ ਸਕਦਾ ਹੈ ਕਿ ਜੋ ਵਿਦਿਆਰਥੀ ਹੈ, ਠੀਕ ਹੈ ਜੀ, ਉਸ ਦੀ ਆਪਾਂ ਨੇ ਸੁਣਨ ਕੌਸ਼ਲ ਨੂੰ ਵਿਕਸਿਤ ਕਰਨਾ ਹੈ। ਤਾਂ ਇਟ ਮੀਨਸ ਉਸ ਦੀ ਕੀ ਹੋਣੀ ਚਾਹੀਦੀ, ਉਸ ਦੇ ਵਿੱਚ ਐਕਟਿਵ ਇੰਗੇਜਮੈਂਟ ਹੋਣਾ ਵਿਦਿਆਰਥੀ ਦਾ ਜ਼ਰੂਰੀ ਹੈ, ਯਾਨੀ ਕਿ ਸਰਗਰਮ ਸ਼ਮੂਲੀਅਤ ਕਹਿ ਸਕਦੇ ਹਾਂ ਆਪਾਂ, ਠੀਕ ਹੈ ਜੀ। ਅਤੇ ਫੋਕਸ ਹੋਣਾ ਜ਼ਰੂਰੀ ਹੈ, ਅਟੈਂਸ਼ਨ ਧਿਆਨ ਹੋਣਾ ਜ਼ਰੂਰੀ ਹੈ, ਧਿਆਨ, ਠੀਕ ਹੈ। ਸ਼ਮੂਲੀਅਤ, ਸਰਗਰਮ ਸ਼ਮੂਲੀਅਤ ਹੋਵੇ, ਬੱਚਾ ਐਕਟਿਵ ਹੋਵੇ, ਫਿਰ ਉਹ ਚੰਗੇ ਤਰੀਕੇ ਨਾਲ ਕੀ ਕਰੇਗਾ, ਸੁਣੇਗਾ, ਠੀਕ ਹੈ ਜੀ। ਅਤੇ ਇੱਕ ਗੱਲ ਹੋਰ ਆਪਾਂ ਇਹ ਵੀ ਤਾਂ ਗੱਲ ਕਰ ਰਹੇ ਹਾਂ ਵੀ ਜੋ ਬੱਚਾ ਇਸ ਨੂੰ ਯੂਜ਼ ਕਿਵੇਂ ਕਰੇਗਾ, ਹਾਊ ਇਟ ਯੂਜ਼ ਐਜ਼ ਏ ਟੂਲ। ਤਾਂ ਦੇਖੋ, ਜੋ ਭਾਸ਼ਣ, ਤਾਲ, ਉਚਾਰਨ
ਉਹ ਸੁਣਨ ਦੁਆਰਾ ਸਿੱਖੇ ਜਾਂਦੇ ਨੇ। ਜੇਕਰ ਕਿਸੇ ਨੂੰ ਸੁਣਨ ਆ ਗਿਆ ਤਾਂ ਉਹ ਸੁਣਨ ਦੇ ਨਾਲ ਭਾਸ਼ਣ ਦੇਣਾ ਵੀ ਸਿੱਖ ਜਾਊਗਾ, ਕਿਉਂਕਿ ਪਹਿਲਾਂ ਸੁਣੂਗਾ ਵੀ ਸਾਹਮਣੇ ਵਾਲਾ ਕਿਵੇਂ ਬੋਲ ਰਿਹਾ ਹੈ, ਕਿੱਥੇ ਉੱਚੀ ਬੋਲ ਰਿਹਾ ਹੈ, ਕਿੱਥੇ ਹੌਲੀ ਬੋਲ ਰਿਹਾ ਹੈ, ਕਿੱਥੇ ਰੁਕ ਰਿਹਾ ਹੈ। ਜਦੋਂ ਇੱਦਾਂ ਦੀਆਂ ਚੀਜ਼ਾਂ ਨੂੰ ਸੁਣੂਗਾ, ਅਭਿਆਸ ਕਰੂਗਾ ਤਾਂ ਉਸ ਨੂੰ ਭਾਸ਼ਣ ਦੇਣਾ ਵੀ ਆ ਜਾਏਗਾ। ਠੀਕ ਹੈ, ਉਸ ਨੂੰ ਤਾਲ ਵੀ ਸਮਝ 'ਚ ਆ ਜਾਏਗੀ ਵੀ ਕਿੱਦਾਂ ਤਾਲ ਮਿਲਾਈ ਜਾ ਰਹੀ ਹੈ ਸ਼ਬਦਾਂ ਦੀ, ਕਿੱਦਾਂ ਉਚਾਰਨ ਕੀਤਾ ਜਾ ਰਿਹਾ ਹੈ। ਫੋਰ ਐਗਜ਼ਾਮਪਲ ਤੁਸੀਂ ਮੈਨੂੰ ਸੁਣ ਰਹੇ ਹੋ, ਠੀਕ ਹੈ, ਤਾਂ ਇਸ ਤੋਂ ਬਾਅਦ ਇਹੀ ਗੱਲਾਂ ਤੁਸੀਂ ਵੀ ਤਾਂ ਕਰ ਸਕਦੇ ਹੋ ਜੋ ਮੈਂ ਕਰ ਰਿਹਾ। ਕਿੱਦਾਂ? ਸੁਣ ਕੇ। ਤੁਸੀਂ ਸੁਣਿਆ, ਅਭਿਆਸ ਕੀਤਾ, ਤੁਸੀਂ ਵੀ ਇਹ ਇੱਦਾਂ ਕਲਾਸ ਲਗਾ ਸਕਦੇ ਹੋ। ਤਾਂ ਇਹ ਸਭ ਗੱਲਾਂ ਨੇ। ਤਾਂ ਇੰਗਲਿਸ਼ ਦੇ 'ਚ ਇਹਨੂੰ ਸਮਝਦੇ ਕਿ ਸਪੀਚ ਹੋਈ, ਰਿਦਮ ਹੋਈ, ਪ੍ਰੋਨਾਂਸੀਏਸ਼ਨ ਹੋਈ, ਤਾਂ ਇਹ ਚੀਜ਼ਾਂ ਕਰਦੇ ਥਰੂ ਆਉਂਦੀਆਂ ਨੇ ਲਰਨਡ ਬਾਈ ਲਿਸਨਿੰਗ, ਮਤਲਬ ਕਿ ਸਿੱਖਣ ਦੇ ਕਹਿ ਸਕਦੇ ਹਾਂ ਕਿ ਸੁਣਨ ਦੇ ਥਰੂ ਇਹ ਚੀਜ਼ਾਂ ਸਿੱਖੀਆਂ ਜਾਂਦੀਆਂ ਨੇ। ਠੀਕ ਹੈ ਜੀ, ਤਾਂ ਇਸ ਤਰੀਕੇ ਨਾਲ ਆਪਾਂ ਨੇ ਲਿਸਨਿੰਗ ਨੂੰ ਸਮਝ ਲਿਆ। ਠੀਕ ਹੈ, ਤਾਂ ਇਸ ਨੂੰ ਬੱਚਾ ਕਿੱਦਾਂ ਵਰਤੇਗਾ? ਭਾਸ਼ਣ ਦੇਣ ਦੇ ਲਈ, ਤਾਲ ਉਚਾਰਨ ਸਿੱਖਣ ਦੇ ਲਈ ਵਰਤੇਗਾ, ਲਰਨਿੰਗ ਦੇ ਲਈ ਵਰਤੇਗਾ। ਠੀਕ ਹੈ, ਸੁਣਨ ਕੌਸ਼ਲ ਨੂੰ। ਅਤੇ ਸੁਣਨ ਕੌਸ਼ਲ ਵਿਕਸਿਤ ਕਿਵੇਂ ਹੋਏਗੀ? ਸਰਗਰਮ ਸ਼ਮੂਲੀਅਤ ਦੇ ਨਾਲ, ਫੋਕਸ ਨਾਲ, ਧਿਆਨ ਦੇ ਨਾਲ। ਠੀਕ ਹੈ ਜੀ, ਇਸ ਤੋਂ ਬਾਅਦ ਗੱਲ ਕਰਦੇ ਆਪਾਂ ਟਾਈਪਸ, ਯਾਨੀ ਕਿ ਸੁਣਨ ਦੇ ਪ੍ਰਕਾਰ ਕਿਹੜੇ ਕਿਹੜੇ ਨੇ। ਤਾਂ ਦੇਖੋ ਜੀ, ਪਹਿਲਾਂ ਸੁਣਨਾ, ਇਹ ਇੱਕ ਮਿੰਟ ਮੈਂ ਇਹਨੂੰ ਸਲਾਈਡ ਨੂੰ ਹਟਾ ਦਿੰਦਾ। ਤਾਂ ਦੇਖੋ ਜੀ, ਸੁਣਨ ਤੋਂ ਪਹਿਲਾਂ ਦੀ ਸਥਿਤੀ ਦੇਖੋ, ਗੱਲ ਸੁਣੋ ਇੱਕ ਮਿੰਟ। ਇੱਕ ਤਾਂ ਸੁਣਨਾ, ਇਹ ਸਥਿਤੀ ਹੈ ਸੁਣਨ ਵਾਲੀ। ਇਹ ਸਥਿਤੀ ਸੀ ਜਿਹੜੀ ਸੁਣਨ ਤੋਂ ਪਹਿਲਾਂ ਸੀ। ਨੰਬਰਿੰਗ ਲਿਖ ਲਓ, 1 ਨੰਬਰ, 2 ਨੰਬਰ, 3 ਨੰਬਰ। ਇਹ ਕੀ ਹੈ? ਗੱਲ ਸੁਣ ਰਹੇ ਹੋ ਤੁਸੀਂ। ਮੈਂ ਕੀ ਕਿਹਾ ਸੀ ਵੀ 1 ਮਿੰਟ ਸੁਣੋ। ਆਪਾਂ ਕਈ ਵਾਰ ਇੱਦਾਂ ਸ਼ਬਦ ਵਰਤਦੇ ਹਾਂ ਵੀ ਸੁਣੋ। ਜਦੋਂ ਮੈਂ ਸੁਣੋ ਕਿਹਾ ਤਾਂ ਤੁਸੀਂ ਇੱਕਦਮ ਕੀ ਕੀਤਾ? ਜਾਗੇ। ਜਾਗਣ ਦਾ ਮਤਲਬ ਇਹ ਨਹੀਂ ਪਹਿਲਾਂ ਸੁੱਤੇ ਪਏ ਸੀ। ਜਾਗਣ ਦਾ ਮਤਲਬ ਕਿ ਤੁਸੀਂ ਧਿਆਨ ਕੇਂਦਰਿਤ ਕੀਤਾ, ਕੰਨਾਂ ਨੂੰ ਤੁਸੀਂ ਕੀ ਕੀਤਾ? ਤਿਆਰ ਕੀਤਾ। ਸੁਣਨ ਤੋਂ ਪਹਿਲਾਂ ਇੱਕ ਸਥਿਤੀ ਕੀ ਹੈ? ਸੁਣਨ ਤੋਂ ਪਹਿਲਾਂ। ਹਾਲੇ ਮੈਂ ਗੱਲ ਸੁਣਾਈ ਨਹੀਂ, ਮੈਂ ਕੀ ਕਹਿ ਰਿਹਾ ਵੀ ਸੁਣੋ, 1 ਮਿੰਟ ਸੁਣੋ। ਆਪਾਂ ਇੱਦਾਂ ਕਹਿ ਰਹੇ ਹਾਂ, ਸੁਣੋ ਜਰਾ, ਇੱਦਾਂ ਕਹਿ ਰਹੇ ਹਾਂ ਆਪਾਂ। ਇਟ ਮੀਨਸ ਮੈਂ ਹਾਲੇ ਸੁਣਾਊਂਗਾ ਗੱਲ, ਪਰ ਸੁਣਨ ਤੋਂ ਪਹਿਲਾਂ ਦੀ ਸਥਿਤੀ ਹੈ ਇੱਕ। ਸੁਣਨ ਤੋਂ ਪਹਿਲਾਂ, ਜਿਹਨੂੰ ਆਪਾਂ ਪਰੀ ਲਿਸਨਿੰਗ ਵੀ ਆਖਦੇ ਨੇ, ਯਾਨੀ ਕਿ ਸੁਣਨ ਤੋਂ ਪਹਿਲਾਂ ਇੱਕ ਪ੍ਰਕਾਰ ਹੋ ਗਿਆ। ਹੁਣ ਮੈਂ ਸੁਣਾ ਰਿਹਾ ਗੱਲ ਕਿ ਲਿਸਨਿੰਗ ਦੀਆਂ ਇਹ ਟਾਈਪਸ ਨੇ। ਆਪਾਂ ਪੰਜਾਬੀ ਦੀ ਪੈਡਾਗੋਜੀ ਪੜ੍ਹ ਰਹੇ ਹਾਂ। ਇਹ ਕਲਾਸ ਦੇ ਵਿੱਚ ਤੁਹਾਨੂੰ ਜੋ ਜਾਣਕਾਰੀ ਦਿੱਤੀ ਹੈ ਉਹ ਮੈਂ ਗੱਲ ਕਰ ਰਿਹਾ। ਠੀਕ ਹੈ, ਤੁਸੀਂ ਸੁਣ ਰਹੇ ਹੋ ਤਾਂ ਤੁਸੀਂ ਮੇਰੀ ਗੱਲ ਨੂੰ ਇੱਕਦਮ ਗ੍ਰਹਿਣ ਕਰ ਰਹੇ ਹੋ। ਪਹਿਲਾਂ ਤੁਸੀਂ ਕੀ ਕੀਤਾ ਸੀ? ਤੁਸੀਂ ਸੁਚੇਤ ਹੋਏ ਸੀ। ਠੀਕ ਹੈ, ਪਰੀ ਲਿਸਨਿੰਗ ਦੇ ਵਿੱਚ। ਵਾਈਲ ਲਿਸਨਿੰਗ ਦੇ ਵਿੱਚ ਕਿ ਤੁਸੀਂ ਐਕਟਿਵ ਹੋ, ਮੈਂ ਵੀ ਐਕਟਿਵ ਹਾਂ, ਦੋਨਾਂ ਦਾ ਆਪਣਾ ਇੰਗੇਜਮੈਂਟ ਹੈ, ਦੋਨੇ ਆਪਸ 'ਚ ਅਟੈਚ ਨਾਲ। ਹੁਣ ਨੰਬਰ 3, ਹੁਣ ਸੁਣਨ ਤੋਂ ਬਾਅਦ ਤੁਹਾਨੂੰ ਮੇਰੀ ਗੱਲ ਸਹੀ ਲੱਗੇ, ਗਲਤ ਲੱਗੇ, ਫੋਲੋ ਕਰੋ, ਨਾ ਫੋਲੋ ਕਰੋ, ਉਹ ਅਗਲਾ 3rd ਫੇਜ਼ ਆ ਗਿਆ। ਠੀਕ ਹੈ, ਯਾਨੀ ਕਿ ਉਹ ਕੀ ਹੋ ਗਈ? ਪੋਸਟ ਲਿਸਨਿੰਗ ਹੋ ਗਈ, ਯਾਨੀ ਕਿ ਸੁਣਨ ਤੋਂ ਬਾਅਦ ਹੋ ਗਈ। ਇੱਥੇ ਸੁਣਨ ਤੋਂ ਬਾਅਦ, ਠੀਕ ਹੈ, ਸੁਣਨ ਤੋਂ ਬਾਅਦ ਲਿਖ ਲਓ। ਤਾਂ ਸੁਣਨ ਤੋਂ ਬਾਅਦ ਦੀ ਸਥਿਤੀ ਹੈ ਉਹ, ਇਹ ਸੁਣਦੇ ਹੋਏ ਸਥਿਤੀ ਹੈ। ਤਾਂ ਕਹਿਣ ਦਾ ਭਾਵ ਕੀ ਹੈ ਮੇਰਾ ਕਿ ਲਿਸਨਿੰਗ 3 ਤਰ੍ਹਾਂ ਦੀ ਹੁੰਦੀ ਹੈ। ਪਰੀ ਲਿਸਨਿੰਗ ਸੁਣਨ ਤੋਂ ਪਹਿਲਾਂ, ਵਾਈਲ ਲਿਸਨਿੰਗ ਸੁਣਦੇ ਹੋਏ, ਅਤੇ ਨੰਬਰ 3 ਪੋਸਟ ਲਿਸਨਿੰਗ ਯਾਨੀ ਕਿ ਸੁਣਨ ਤੋਂ ਬਾਅਦ। ਸਮਝ ਗਏ? ਤਾਂ ਹੁਣ ਦੇਖੋ, ਗੱਲ ਆਪਾਂ ਕਰਦੇ ਹਾਂ ਕਿ ਸੁਣੋ ਜਰਾ। ਮੈਂ ਜਦੋਂ ਇਹ ਗੱਲ ਕਹੀ ਵੀ ਸੁਣੋ ਜਰਾ, ਤਾਂ ਉਸਨੇ ਕੰਨ ਤਿਆਰ ਕੀਤੇ। ਠੀਕ ਹੈ, ਆਪਾਂ ਸੀਟੈਟ ਦਾ ਸਾਰਾ ਸਿਲੇਬਸ ਪੂਰਾ ਕਰਾਂਗੇ। ਇਹ ਤੁਸੀਂ ਹੁਣ ਸੁਣਿਆ। ਠੀਕ ਹੈ, ਤਾਂ ਜਦੋਂ ਮੈਂ ਇਹ ਗੱਲ ਕਹਿ ਰਿਹਾ ਸੀ ਅਸੀਂ ਸੀਟੈਟ ਦਾ ਸਿਲੇਬਸ ਪੂਰਾ ਕਰਾਂਗੇ, ਤਾਂ ਤੁਸੀਂ ਕੀ ਸੀ? ਐਕਟਿਵ ਸੀ, ਮੈਂ ਐਕਟਿਵ ਸੀ। ਮੇਰੀ ਗੱਲ ਇੱਕਦਮ ਮੂੰਹ 'ਚੋਂ ਆ ਰਹੀ ਸੀ, ਤੁਹਾਡੇ ਕੰਨਾਂ 'ਚ ਜਾ ਰਹੀ ਸੀ। ਠੀਕ ਹੈ, ਕੰਨ ਪਹਿਲਾਂ ਤਿਆਰ ਕੀਤੇ, ਫਿਰ ਕੰਨਾਂ ਦੇ ਵਿੱਚ ਕੋਈ ਚੀਜ਼ ਤੁਸੀਂ ਨੇ ਗ੍ਰਹਿਣ ਕੀਤੀ। ਹੁਣ ਤੁਸੀਂ ਉਹ ਇਨਫੋਰਮੇਸ਼ਨ ਤੁਹਾਡੇ ਅੰਦਰ ਚਲੀ ਗਈ। ਹੁਣ ਤੁਸੀਂ ਕਿਹੜੀ ਸਟੇਜ 'ਤੇ ਆ ਗਏ? ਪੋਸਟ ਲਿਸਨਿੰਗ ਦੀ ਸਟੇਜ 'ਚ ਆ ਗਏ। ਮੈਂ ਕੀ ਗੱਲ ਕਹੀ ਸੀ ਵੀ ਆਪਾਂ ਸੀਟੈਟ ਦਾ ਸਿਲੇਬਸ ਪੂਰਾ ਕਰਾਂਗੇ। ਤੁਹਾਡੇ ਮਨ 'ਚ ਹੁਣ ਕੀ ਵਿਚਾਰ ਆਇਆ ਹੋਊਗਾ ਵੀ ਸਹੀ ਗੱਲ ਹੈ, ਚਲੋ ਵਧੀਆ ਗੱਲ ਹੈ, ਸਾਰਾ ਸਿਲੇਬਸ ਪੂਰਾ ਕਰਨਗੇ, ਆਪਾਂ ਸਿਲੇਬਸ ਕਰਾਂਗੇ। ਇਹ ਵੀ ਹੋ ਸਕਦਾ ਵੀ ਸਰ ਨੂੰ ਕੋਈ ਕੰਮ ਹੋ ਜਾਏ, ਸਿਲੇਬਸ ਥੋੜ੍ਹਾ ਜਿਹਾ ਲੇਟ ਪੂਰਾ ਕਰਵਾਉਣ। ਮਤਲਬ ਤੁਹਾਡੇ ਮਨ 'ਚ ਵਿਚਾਰ ਨੇ, ਮੈਂ ਸਹੀ ਬੋਲਿਆ ਗਲਤ ਬੋਲਿਆ, ਵਿਚਾਰ ਵੱਧ 'ਚ ਆਏ। ਤਾਂ ਇਸ ਤਰ੍ਹਾਂ ਇੱਥੇ ਕੀ ਹੋ ਗਈਆਂ? 3 ਗੱਲਾਂ ਹੋ ਗਈਆਂ ਵੀ ਸੁਣਨ ਤੋਂ ਪਹਿਲਾਂ, ਯਾਨੀ ਕਿ ਪਰੀ ਲਿਸਨਿੰਗ। ਇਹਦਾ ਮਤਲਬ ਕੀ ਹੈ ਵੀ ਤੁਸੀਂ ਕੰਨਾਂ ਨੂੰ ਤਿਆਰ ਕਰ ਰਹੇ ਹੋ, ਤੁਸੀਂ ਐਕਟਿਵ ਹੋ ਰਹੇ ਹੋ, ਸੁਚੇਤ ਹੋ ਰਹੇ ਹੋ, ਧਿਆਨ ਲੈ ਕੇ ਆ ਰਹੇ ਹੋ। ਠੀਕ ਹੈ, ਤਾਂ ਵਾਈਲ ਲਿਸਨਿੰਗ ਦੇ ਵਿੱਚ ਕੀ ਹੈ? ਤੁਸੀਂ ਧਿਆਨ ਨੂੰ ਇੱਕ ਥਾਂ 'ਤੇ ਟਿਕਾ ਲਿਆ, ਤੁਸੀਂ ਇੱਕਦਮ ਉਹਦੀ ਗੱਲ ਨੂੰ ਗ੍ਰਹਿਣ ਕਰ ਰਹੇ ਹੋ, ਐਕੁਆਇਰ ਕਰ ਰਹੇ ਹੋ, ਸੁਣ ਰਹੇ ਹੋ। ਠੀਕ ਹੈ, ਪੋਸਟ ਲਿਸਨਿੰਗ ਦੇ ਵਿੱਚ ਕੀ ਹੈ? ਤੁਸੀਂ ਸਾਹਮਣੇ ਵਾਲੇ ਦੀ ਗੱਲ ਸੁਣ ਚੁੱਕੇ ਹੋ, ਸੁਣ ਕੇ ਹਟ ਗਏ, ਹੁਣ ਤੁਸੀਂ ਉਸ ਦਾ ਐਨਾਲਿਸਿਸ ਕਰ ਰਹੇ ਹੋ, ਗੱਲ ਸਹੀ ਸੀ, ਗਲਤ ਸੀ, ਮੈਨੂੰ ਘੱਟ ਸੁਣੀ, ਵੱਧ ਸੁਣੀ, ਸਮਝ ਨਹੀਂ ਆਈ, ਉਹ ਬਾਅਦ ਦੀਆਂ ਗੱਲਾਂ ਨੇ, ਉਹ ਪੋਸਟ ਲਿਸਨਿੰਗ ਦਾ ਹਿੱਸਾ ਨੇ। ਠੀਕ ਹੈ ਜੀ, ਇਹ ਕੁਝ ਗੱਲਾਂ ਸੀ ਜੋ ਆਪਾਂ ਨੇ ਦੋਸਤੋ ਡਿਸਕਸ ਕਰ ਲਈਆਂ ਨੇ। ਠੀਕ ਹੈ, ਇਹ ਥੋੜ੍ਹਾ ਜਿਹਾ ਇੱਥੇ ਮਿਸਪ੍ਰਿੰਟ ਹੋ ਗਿਆ ਸੀ। ਠੀਕ ਹੈ ਜੀ, ਤੁਸੀਂ ਧਿਆਨ ਦੇ ਵਿੱਚ ਰੱਖ ਲਿਓ। ਇਸ ਤੋਂ ਬਾਅਦ ਆਪਾਂ ਗੱਲ ਕਰਦੇ ਹਾਂ ਟਾਈਪਸ ਆਫ ਲਿਸਨਿੰਗ।
ਤਾਂ ਜੋ ਟਾਈਪਸ ਆਫ ਲਿਸਨਿੰਗ ਨੇ ਇਹਨਾਂ ਨੂੰ ਸਮਝੋ ਜੀ ਪਲੀਜ਼। ਟਾਈਪਸ ਆਫ ਲਿਸਨਿੰਗ ਦੇ ਵਿੱਚ ਕੀ ਹੈਗਾ ਕਿ ਆਪਾਂ ਹੁਣ ਤਿੰਨ ਮਤਲਬ ਉਹ 'ਤੇ ਇੱਕ ਫੇਜ਼ ਸੀ, ਠੀਕ ਹੈ, ਜਿਹਦੇ ਵਿੱਚ ਆਪਾਂ ਨੇ ਪਹਿਲਾਂ ਸੁਣਨਾ ਅਤੇ ਸੁਣਦੇ ਹੋਏ ਅਤੇ ਬਾਅਦ ਵਿੱਚ ਇਹ ਚੀਜ਼ਾਂ ਡਿਸਕਸ ਕੀਤੀਆਂ। ਹੁਣ ਆਪਾਂ ਟਾਈਪਸ ਨੂੰ ਹੋਰ ਤਰੀਕੇ ਨਾਲ ਕਲਾਸੀਫਾਈ ਕਰਾਂਗੇ, ਜਿਵੇਂ ਕਿ ਦੇਖੋ ਡਿਸਕ੍ਰਿਮੀਨੇਟਿਵ ਲਿਸਨਿੰਗ, ਯਾਨੀ ਕਿ ਧੁਨੀ ਪਹਿਚਾਣ ਲਈ ਸੁਣਨਾ। ਆਪਾਂ ਜਦੋਂ ਕੋਈ ਗੀਤ ਸੁਣ ਰਹੇ ਹਾਂ ਤਾਂ ਕਈ ਵਾਰ ਆਪਾਂ ਪਤਾ ਕਾਹਤੋਂ ਸੁਣਦੇ ਹਾਂ ਵੀ ਇਹ ਗੀਤ ਯਾਰ ਧਿਆਨ ਨਾਲ ਸੁਣੀਏ ਵੀ ਕਿਹੜੇ ਕਲਾਕਾਰ ਦਾ ਹੈ, ਤਾਂ ਆਪਾਂ ਧਿਆਨ ਨਾਲ ਸੁਣ ਰਹੇ ਹਾਂ ਕਿਉਂਕਿ ਆਪਾਂ ਉੱਥੇ ਧੁਨੀ ਨੂੰ ਪਹਿਚਾਨਣਾ ਹੈ। ਕਈ ਵਾਰ ਬੋਲ ਮਾਰ ਰਿਹਾ ਹੋਵੇ, ਕੋਈ ਉੱਚੀ ਉੱਚੀ ਰੋ ਰਿਹਾ ਹੈ ਨਾ, ਰੋਣ ਦੀ ਆਵਾਜ਼ ਆਈ ਕਿਸੇ ਦੀ, ਕੋਈ ਉੱਚੀ ਉੱਚੀ ਹੱਸ ਰਿਹਾ, ਹੱਸਣ ਦੀ ਆਵਾਜ਼ ਸੁਣੀ ਆਪਾਂ ਨੇ, ਤਾਂ ਆਪਾਂ ਜਦੋਂ ਹੱਸਣ ਦੀ ਆਵਾਜ਼ ਇੱਕਦਮ ਆਪਣੇ ਕੰਨਾਂ 'ਚ ਐਂਟਰ ਕਰਦੀ ਹੈ ਤਾਂ ਆਪਾਂ ਧੁਨੀ ਪਹਿਚਾਨਣ ਦੀ ਕੋਸ਼ਿਸ਼ ਕਰਦੇ ਹਾਂ ਵੀ ਇਹ ਹੱਸ ਕੌਣ ਰਿਹਾ ਹੈ। ਉਹ ਸਾਹਮਣੇ ਵਾਲਾ ਕਈ ਵਾਰ ਆਪਣੇ ਨਹੀਂ ਸਾਹਮਣੇ ਹੈਗਾ, ਲੁੱਕ ਛਿਪ ਕੇ ਹੈ ਨਾ, ਤਾਂ ਆਪਾਂ ਨੂੰ ਵੈਸੇ ਆਵਾਜ਼ ਸੁਣਾਈ ਦਿੱਤੀ, ਦੂਰ ਤੋਂ ਸੁਣਾਈ ਦਿੱਤੀ, ਤਾਂ ਆਪਾਂ ਨੂੰ ਧੁਨੀ ਪਹਿਚਾਨਣ ਦੀ ਕੋਸ਼ਿਸ਼ ਕਰਦੇ ਵੀ ਸਾਹਮਣੇ ਵਾਲਾ ਜਿਹੜਾ ਹੱਸ ਰਿਹਾ ਕੌਣ ਹੈ, ਰੋ ਰਿਹਾ ਜਿਹੜਾ ਕੌਣ ਹੈ, ਗੀਤ ਗਾ ਰਿਹਾ ਜਿਹੜਾ ਕੌਣ ਹੈ। ਤਾਂ ਇਸ ਤਰ੍ਹਾਂ ਆਪਾਂ ਕੀ ਕਰਦੇ ਹਾਂ, ਇਹ ਇੱਕ ਕਿਸਮ ਹੈ ਕਿ ਆਪਾਂ ਧੁਨੀ ਪਹਿਚਾਨਣ ਲਈ ਸੁਣਦੇ ਹਾਂ, ਠੀਕ ਹੈ। ਅਤੇ ਦੂਸਰੀ ਟਾਈਪ ਹੋ ਸਕਦੀ ਇਸ ਦੀ ਪਰਖ ਲਈ ਸੁਣਨਾ, ਯਾਨੀ ਕਿ ਇਵੈਲੂਏਟ ਕਰਨ ਲਈ ਸੁਣਨਾ। ਮਤਲਬ ਕਿ ਕਈ ਵਾਰ ਜਦੋਂ ਆਪਾਂ ਨੂੰ ਕੋਈ ਅਚਾਨਕ ਜਿਹੀ ਆਵਾਜ਼ ਸੁਣੇ ਤਾਂ ਆਪਾਂ ਥੋੜ੍ਹਾ ਜਿਹਾ ਧਿਆਨ ਨਾਲ ਸੁਣਦੇ ਹਾਂ, ਪਰਖ ਕਰਦੇ ਹਾਂ ਵੀ ਯਾਰ ਸਾਹਮਣੇ ਵਾਲਾ ਰੋ ਰਿਹਾ, ਯਾਰ ਰੋ ਵੀ ਬਹੁਤ ਉੱਚੀ ਰਿਹਾ, ਯਾਰ ਕੋਈ ਮਾੜੀ ਘਟਨਾ ਵਾਪਰੀ ਜਾਂ ਇੱਦਾਂ, ਜਾਂ ਫਿਰ ਆਪਾਂ ਕਹਿੰਦੇ ਹਾਂ ਸਾਹਮਣੇ ਵਾਲਾ ਤਾਂ ਖੁਸ਼ ਹੈ, ਪੂਰਾ ਭੰਗੜੇ ਪਾ ਰਿਹਾ, ਲਲਕਾਰੇ ਮਾਰ ਰਿਹਾ ਖੁਸ਼ੀ 'ਚ, ਤਾਂ ਆਪਾਂ ਕਹਿੰਦੇ ਅੱਛਾ ਫਲਾਣੀ ਗੱਲ ਹੋਣੀ, ਠੀਕ ਹੈ। ਜਾਂ ਫਿਰ ਆਪਾਂ ਕਹਿੰਦੇ ਨੇ ਪਰਖ ਲਈ ਸੁਣਨਾ ਦੇ ਵਿੱਚ ਇਹ ਵੀ ਚੀਜ਼ ਆ ਜਾਂਦੀ ਹੈ ਵੀ ਤੁਸੀਂ ਕਿਸੇ ਗਾਇਕ ਦਾ ਗੀਤ ਸੁਣ ਰਹੇ ਹੋ, ਪਹਿਲਾਂ ਤੁਸੀਂ ਕਿਵੇਂ ਸੁਣ ਰਹੇ ਸੀ, ਧੁਨੀ ਪਹਿਚਾਨਣ ਲਈ ਵੀ ਕਿਸ ਦਾ ਗੀਤ ਹੈ, ਫਿਰ ਤੁਸੀਂ ਨੇ ਸੁਣਿਆ ਯਾਰ ਇਹ ਫਲਾਣੇ ਕਲਾਕਾਰ ਦਾ ਗੀਤ ਹੈ, ਯਾਰ ਫਲਾਣੇ ਕਲਾਕਾਰ ਨੇ ਤਾਂ ਇਹ ਗੱਲ ਕਹੀ, ਬਿਲਕੁਲ ਸਹੀ ਕਹੀ ਯਾਰ, ਗੱਲ ਘੈਂਟ ਲੱਗੀ ਯਾਰ ਮੈਨੂੰ ਗੱਲ, ਇਹ ਉਰੇ ਸੁਰ ਸਹੀ ਹੈ, ਉਰੇ ਸੁਰ ਗਲਤ ਹੈ, ਉਰੇ ਇਹ ਗੱਲ ਕਹੀ ਹੈ, ਮਤਲਬ ਪਰਖ ਕਰ ਰਹੇ ਹਾਂ ਆਪਾਂ। ਉਸ ਤੋਂ ਬਾਅਦ ਨੰਬਰ ਗੱਲ 3 ਆ ਜਾਂਦੀ ਹੈ ਕਿ ਐਪਰੀਸ਼ੀਏਟ ਲਿਸਨਿੰਗ, ਯਾਨੀ ਕਿ ਆਨੰਦ ਲਈ ਸੁਣਨਾ, ਪ੍ਰਸ਼ੰਸਾ ਦੇ ਲਈ ਸੁਣਨਾ। ਇਹਦੇ ਵਿੱਚ ਕੀ ਹੈ ਕਿ ਆਪਾਂ ਨੂੰ ਨਾ ਕਿਸੇ ਦੀ ਆਵਾਜ਼ ਤੱਕ, ਮਤਲਬ ਗੀਤ ਜੋ ਆਪਾਂ ਸੁਣ ਰਹੇ ਹਾਂ ਚਾਹੇ ਕਿਸੇ ਦਾ ਹੈ, ਤੁਸੀਂ ਕਲਾਸ ਲਗਾ ਰਹੇ ਹੋ ਚਾਹੇ ਕਿਸੇ ਦੀ ਹੈ, ਤੁਸੀਂ ਆਨੰਦ ਲਈ ਲਗਾ ਰਹੇ ਹੋ, ਯਾਰ ਬੜਾ ਆਨੰਦ ਆਉਂਦਾ ਹੈ, ਠੀਕ ਹੈ। ਤਾਂ ਆਪਾਂ ਕੋਈ ਵਾਰ ਗੀਤ ਸੁਣਦੇ ਆਪਾਂ ਨੂੰ ਨਹੀਂ ਮਤਲਬ ਵੀ ਗੀਤ ਕਿਸ ਦਾ ਹੈ, ਕਿਹੜੇ ਕਲਾਕਾਰ ਦਾ, ਉਹਨੇ ਸਹੀ ਗਾਇਆ ਗਲਤ ਗਾਇਆ, ਆਪਾਂ ਆਨੰਦ ਲਈ ਸੁਣ ਰਹੇ ਹਾਂ, ਖੁਸ਼ੀ ਦੇ ਵਿੱਚ ਨੱਚ ਟੱਪ ਰਹੇ ਹਾਂ। ਡੀਜੇ ਦੇ ਗੀਤ ਵੱਜਦਾ ਹੋਵੇ, ਕੋਈ ਮਰਜ਼ੀ ਆਪਣੀ ਉਹੀ ਲੱਤਾਂ ਕੁੱਦਣ ਲੱਗ ਜਾਂਦੀ ਵੀ ਨੱਚਿਆ ਯਾਰ 2 ਮਿੰਟ, ਕਿਸੇ ਦਾ ਗੀਤ ਸੀ, ਕੋਈ ਪੈਰਾ ਆਪਣੇ 'ਤੇ ਢੁੱਕਦਾ ਸੀ ਨਹੀਂ ਢੁੱਕਦਾ ਸੀ, ਉਹੀ ਲੱਤਾਂ ਬਾਹਾਂ ਮਾਰ ਕੇ ਨੱਚ ਕੇ ਆ ਜਾਂਦੇ ਜਸਟ ਫਾਰ ਇਨਜੋਏ। ਤਾਂ ਐਪਰੀਸ਼ੀਏਟ ਕਰਨ ਲਈ, ਪ੍ਰਸ਼ੰਸਾ ਦੇ ਲਈ, ਆਨੰਦ ਦੇ ਲਈ ਸੁਣਦੇ ਹਾਂ। ਦੋਨੇ ਕਿਸਮ ਹੋ ਸਕਦੇ ਵੀ ਆਪਾਂ ਨੂੰ ਆਨੰਦ ਆ ਰਿਹਾ ਸੀ ਤਾਂ ਵੀ ਸੁਣਦੇ ਹਾਂ। ਕਈ ਵਾਰ ਆਪਾਂ ਸਾਹਮਣੇ ਵਾਲੇ ਨੂੰ ਪਤਾ ਕਾਹਤੋਂ ਸੁਣਦੇ ਹਾਂ, ਸਾਹਮਣੇ ਵਾਲਾ ਕੋਈ ਗੀਤ ਗਾ ਰਿਹਾ ਆਪਾਂ ਉਹਨੂੰ ਸੁਣ ਰਹੇ ਹਾਂ, ਬਾਅਦ ਵਿੱਚ ਆਪਾਂ ਉਹਦੀ ਤਾਰੀਫ ਕਰਦੇ ਹਾਂ, ਬਹੁਤ ਯਾਰ ਕਿਆ ਬਾਤ ਹੈ, ਬਹੁਤ ਘੈਂਟ ਗਾਇਆ, ਇੱਦਾਂ ਆਪਾਂ ਗੱਲ ਕਰਦੇ ਹਾਂ, ਠੀਕ ਹੈ। ਅਤੇ ਇੱਕ ਹੁੰਦਾ ਹਮਦਰਦੀ ਲਈ ਸੁਣਨਾ। ਤਾਂ ਜੋ ਹਮਦਰਦੀ ਲਈ ਸੁਣਨਾ ਹੈਗਾ, ਇਹਦੇ ਵਿੱਚ ਕੀ ਹੁੰਦਾ ਵੀ ਕਈ ਵਾਰ ਸਾਹਮਣੇ ਵਾਲਾ ਕਹਿ ਰਿਹਾ ਯਾਰ ਅੱਜ ਮੇਰਾ ਬਹੁਤ ਨੁਕਸਾਨ ਹੋ ਗਿਆ, ਯਾਰ ਮੇਰੇ ਯਾਰ ਇੰਨੇ ਪੈਸੇ ਸੀ ਉਹ ਗੁੰਮ ਹੋ ਗਏ, ਮੇਰੇ ਇੰਨੇ ਪੈਸੇ ਚੋਰੀ ਹੋ ਗਏ, ਤਾਂ ਆਪਾਂ ਉਸ ਦੀ ਗੱਲ ਸੁਣ ਰਹੇ ਹਾਂ। ਕੋਈ ਕਹਿੰਦਾ ਯਾਰ ਮੇਰੇ ਫਲਾਣੇ ਦੀ ਡੈਥ ਹੋ ਗਈ, ਯਾਰ ਬਹੁਤ ਮਾੜਾ ਹੋਇਆ, ਆਪਾਂ ਉਹਨੂੰ ਹਮਦਰਦੀ ਲਈ ਸੁਣ ਰਹੇ ਹਾਂ। ਆਪਾਂ ਨੂੰ ਵਧੀਆ ਨਹੀਂ ਲੱਗਦੀ ਉਹਦੀ ਗੱਲ, ਜਦੋਂ ਕਹਿੰਦਾ ਚੋਰੀ ਹੋ ਗਈ, ਸਾਡੇ ਇਹ ਮਾੜੀ ਘਟਨਾ ਵਾਪਰੀ, ਆਪਾਂ ਨੂੰ ਉਹਦੀ ਗੱਲ, ਇਹ ਤਾਂ ਇਹੀਆਂ ਗੱਲਾਂ ਤਾਂ ਆਪਾਂ ਕੰਨ 'ਚ ਪਾਈਏ ਨਾ ਜੇ ਆਪਣੇ ਮਤਲਬ ਹੱਥ 'ਚ ਹੋਵੇ, ਆਪਾਂ ਸੁਣ ਰਹੇ ਹਾਂ, ਫਿਰ ਵੀ ਆਪਾਂ ਨੂੰ ਉਹ ਗੱਲਾਂ ਚੰਗੀਆਂ ਨਹੀਂ ਲੱਗਦੀਆਂ ਸੁਣਨੀਆਂ, ਫਿਰ ਵੀ ਆਪਾਂ ਸੁਣ ਰਹੇ ਹਾਂ ਕਿਉਂਕਿ ਆਪਾਂ ਉਹਨੂੰ ਹਮਦਰਦੀ ਦੇਣਾ ਚਾਹੁੰਦੇ ਹਾਂ, ਆਪਾਂ ਦਿਲੋਂ ਉਸ ਦੇ ਨਾਲ ਜੁੜੇ ਹੋਏ ਹਾਂ, ਆਪਾਂ ਉਸ ਨੂੰ ਹਮਦਰਦੀ ਪਿਆਰ ਦੇਣਾ ਤਾਂ ਕਿ ਉਸ ਦਾ ਹੌਸਲਾ ਵਧੇ, ਠੀਕ ਹੈ ਜੀ। ਅਤੇ ਇੱਕ ਇਸ ਤੋਂ ਬਾਅਦ ਗੱਲ ਆ ਜਾਂਦੀ ਹੈ ਪੈਸਿਵ ਲਿਸਨਿੰਗ, ਯਾਨੀ ਕਿ ਪੈਸਿਵ ਦੇ ਵਿੱਚ ਕੀ ਹੁੰਦਾ ਹੈ ਕਿ ਆਪਾਂ ਆਪ ਮੁਹਾਰੇ ਸੁਸਤ ਜਿਹੇ ਹੋਏ ਬੈਠੇ ਹਾਂ, ਠੀਕ ਹੈ ਜੀ, ਕੋਈ ਗੱਲ ਸੀ ਮਜਬੂਰੀ ਵਜੋਂ ਸੁਣਨੀ ਪੈ ਰਹੀ ਹੈ, ਠੀਕ ਹੈ, ਇੱਛਾ ਨਹੀਂ ਹੈਗੀ ਉਸ ਦੀ, ਸੁਸਤ ਸੁਭਾਅ 'ਚ ਮਜਬੂਰੀ ਵਜੋਂ ਸੁਣਨਾ। ਫੋਰ ਐਗਜ਼ਾਮਪਲ ਤੁਸੀਂ ਕਲਾਸ 'ਚ ਚਲੇ ਗਏ, ਤੁਸੀਂ ਸੋਚਿਆ ਯਾਰ ਤਾਂ ਨੀਂਦ ਜੀ ਆਈ ਜਾਂਦੀ ਹੈ, ਵਾਸੀਆਂ ਆਈ ਜਾਂਦੀਆਂ ਨੇ, ਚਾਹ ਜੀ ਪੀਣ ਨੂੰ ਜੀ ਕਰਦਾ, ਚਲ ਯਾਰ ਇਹ ਲੈਕਚਰ ਲਗਾ ਕੇ ਚੱਲਾਂਗੇ ਚਾਹ ਪੀਣ, ਤਾਂ ਤੁਸੀਂ ਨੇ ਫਿਰ ਵੀ ਬੈਠੇ ਹੋ ਬਸ ਉਹੀ ਐਵੇਂ ਢੇਰੀ ਜੀ ਢਾਹੀਂ ਸੁਣ ਰਹੇ ਹੋ ਕੋਈ ਲੈਕਚਰ, ਹੈ ਨਾ। ਤਾਂ ਉਹ ਕੀ ਤੁਸੀਂ ਸੁਸਤ ਸੁਭਾਅ 'ਚ ਮਜਬੂਰੀ ਵਜੋਂ ਸੁਣ ਰਹੇ ਹੋ। ਕਈ ਵਾਰ ਇੱਦਾਂ ਵੀ ਹੁੰਦਾ ਤੁਹਾਨੂੰ ਕੋਈ ਟੀਚਰ ਕਹਿ ਦੇ ਇਹ ਟੋਪਿਕ 'ਚ ਬਾਈ ਸਵਾਲ ਆਊਗਾ ਸੁਣ ਕੇ ਜਾਇਓ, ਤੁਹਾਡਾ ਮਨ ਨਹੀਂ ਉਹ ਟੋਪਿਕ ਸੁਣਨ ਦਾ, ਤਾਂ ਤੁਹਾਨੂੰ ਲੱਗੇ ਉਹਦੇ ਤੋਂ ਨੰਬਰ ਨਾ ਕੱਟ ਜੇ ਟੋਪਿਕ ਸੁਣਨਾ ਪਊਗਾ, ਠੀਕ ਹੈ। ਉਹ ਵੀ ਇਸ ਤਰ੍ਹਾਂ ਹੀ ਤੁਸੀਂ ਮਜਬੂਰੀ ਵਜੋਂ ਸੁਣ ਸਕਦੇ ਹੋ, ਠੀਕ ਹੈ। ਅਨਿਸ਼ਚਿਤ ਹੈ ਇਹ ਜਿਹੜਾ ਪੈਸਿਵ ਹੈ, ਅਨਿਸ਼ਚਿਤ ਹੈ, ਤੁਹਾਡੀ ਉਹਦੇ 'ਚ ਐਕਟਿਵ ਇਨਵੋਲਵਮੈਂਟ ਵੀ ਨਹੀਂ ਹੈਗੀ, ਮਜਬੂਰੀ ਬਸ ਤੁਹਾਨੂੰ ਸੁਣਨਾ ਪੈ ਰਿਹਾ। ਜਦੋਂ ਮਾਂ ਬਾਪ ਗੱਲਾਂ ਕਰਨ, ਕੋਈ ਗਾਲਾਂ ਦੇਣ ਤਾਂ ਸੁਣਨਾ ਪੈਂਦੀਆਂ ਨੇ, ਜਿਗਰਾ ਬਣਾ ਕੇ ਸੁਣਨੀਆਂ ਪੈਂਦੀਆਂ ਨੇ, ਹੈ ਨਾ। ਤਾਂ ਟੀਚਰ ਵੀ ਜਦੋਂ ਕਲਾਸ ਲਾ ਦੇ ਮਤਲਬ ਪਵੇ ਭੱਜ ਕੇ, ਹੈ ਨਾ, ਝਿੜਕੇ ਆਪਾਂ ਨੂੰ, ਤਾਂ ਆਪਾਂ ਨੂੰ ਸੁਣਨੀਆਂ ਪੈਂਦੀਆਂ ਨੇ। ਉਹ ਕੀ ਹੈ, ਪੈਸਿਵ ਲਿਸਨਿੰਗ ਹੈ। ਅਤੇ ਉਸ ਤੋਂ ਬਾਅਦ ਗੱਲ ਆ ਜਾਂਦੀ ਹੈ ਐਕਟਿਵ ਲਿਸਨਿੰਗ ਦੀ, ਯਾਨੀ ਕਿ ਇੱਛਾ ਅਨੁਸਾਰ, ਚੇਤਨਾ, ਦਿਲਚਸਪੀ, ਚੁਸਤ ਅਵਸਥਾ ਹੈ ਇਹ,
ਇਹਦੇ ਵਿੱਚ ਕੀ ਹੈ, ਸਾਹਮਣੇ ਵਾਲਾ ਮਤਲਬ ਸੁਣਾ ਰਿਹਾ, ਆਪਾਂ ਸੁਣ ਰਹੇ ਹਾਂ, ਐਕਟਿਵ ਆਪਾਂ ਹੰਗੂਰਾ ਭਰ ਰਹੇ ਹਾਂ, ਇੱਛਾ ਅਨੁਸਾਰ ਹੈ, ਉਹ 'ਚ ਆਪਾਂ ਨੂੰ ਕੀ ਹੈ, ਦਿਲਚਸਪੀ ਹੈ, ਆਪਾਂ ਚੁਸਤ ਹਾਂ, ਪੂਰੇ ਐਕਟਿਵ ਹੋਏ ਬੈਠੇ, ਜਿਵੇਂ ਤੁਸੀਂ ਪੂਰੇ ਐਕਟਿਵ ਹੋਏ ਬੈਠੇ ਹੋ ਹੁਣ, ਤੁਸੀਂ ਸੁਣ ਵੀ ਰਹੇ ਹੋ, ਕੰਨਾਂ 'ਚ ਬਹੁਤਿਆਂ ਨੇ ਹੈੱਡਫੋਨ ਵੀ ਲਾਏ ਹੋਣੇ, ਬਹੁਤਿਆਂ ਐਂ ਲਿਟੇ ਜਿਹੇ ਪਏ ਹੋਣੇ ਮੰਜਿਆਂ 'ਤੇ ਬੈੱਡਾਂ 'ਤੇ ਵੀ ਐਂ ਲਿਟੇ ਜਿਹੇ ਪਏ ਹੋ, ਬਸ ਐਂ ਕਲਾਸ ਜੀ ਲਾ ਰਹੇ ਹੋ, ਪਰ ਉਹ ਤਾਂ ਤੂੰ ਪੈਸਿਵ ਹੋ ਗਈ। ਪਰ ਜੇ ਤੁਸੀਂ ਬਹੁਤੇ ਵਧੀਆ ਐਕਟਿਵ ਹੋ ਕੇ ਬੈਠੇ ਹੋਣੇ, ਬਹੁਤੇ ਕੀ ਨੇ ਲਿਟੇ ਜਿਹੇ ਪਏ ਹੋਣੇ ਹੈਡਫੋਨ ਜਲਾਈ ਭਈ, ਐਵੇਂ ਨਹੀਂ, ਫਿਰ ਬਹੁਤੇ ਕੀ ਕਰਦੇ ਹੋਣਗੇ, ਨਾਲ ਕਾਪੀ ਚੱਕੀ ਬੈਠੇ ਹੋਣਗੇ ਵੀ ਆਪਾਂ ਕੀ ਕਰੀਏ, ਲਿਖੀਏ, ਨੋਟਸ ਤਿਆਰ ਕਰੀਏ, ਆਪਾਂ ਸਟੱਡੀ ਫਾਈਟਰ ਸਰ ਦੀ ਕਲਾਸ ਲੱਗ ਰਹੀ ਹੈ ਤਾਂ ਆਪਾਂ ਨੋਟਸ ਤਿਆਰ ਕਰੀਏ, ਬਹੁਤੇ ਦੋਸਤ ਨੋਟਸ ਤਿਆਰ ਕਰ ਰਹੇ ਹੋਣਗੇ, ਨਾਲ ਲਿਖ ਰਹੇ ਹੋਣਗੇ, ਠੀਕ ਹੈ। ਤਾਂ ਇਸ ਤਰ੍ਹਾਂ ਕਿਉਂ ਤੁਸੀਂ ਐਕਟਿਵ ਲਿਸਨਿੰਗ ਕਰ ਰਹੇ ਹੋ, ਜੋ ਤੁਸੀਂ ਧਿਆਨ ਨਾਲ ਸੁਣ ਰਹੇ ਹੋ, ਚੁਸਤ ਹੋ ਕੇ, ਦਿਲਚਸਪੀ ਨਾਲ, ਚੇਤਨਾ ਨਾਲ, ਵੀ ਜੋ ਗੱਲ ਕਹੀ ਜਾ ਰਹੀ ਹੈ ਸਰ ਸਹੀ ਪੜ੍ਹਾ ਰਹੇ ਨੇ, ਇਹ ਗੱਲ ਇੱਥੇ ਸਰ ਨੇ ਗਲਤ ਕਹਿਤੀ, ਇਹ ਸਰ ਉਰੇ ਅਟਕ ਗਏ, ਇੱਥੇ ਇਹ ਗੱਲ ਸਰ ਗਲਤ ਕਹਿ ਗਏ, ਕੋਈ ਮਿਸਟੇਕ ਲੱਗ ਗਈ ਸਰ ਨੂੰ, ਕੋਈ ਇਹ ਮਿਸਪ੍ਰਿੰਟ ਗਲਤ, ਇੱਦਾਂ ਜੋ ਤੁਸੀਂ ਚੇਤਨ ਹੋ ਉੱਥੇ, ਜੇ ਤੁਹਾਨੂੰ ਪਤਾ ਲੱਗਦਾ ਵੀ ਇੱਥੇ ਇਹ ਸਪੈਲਿੰਗ ਗਲਤ ਪੈ ਗਿਆ, ਇਹਦਾ ਮਤਲਬ ਤੁਸੀਂ ਚੇਤਨ ਹੋ ਕੇ ਸੁਣ ਰਹੇ ਹੋ, ਠੀਕ ਹੈ ਜੀ। ਤਾਂ ਰਿਪੀਟ ਕਰ ਰਹੀ ਹੈ ਦੇ ਉਹ ਗੱਲ ਨੂੰ ਆਪਾਂ ਰਿਫਲੈਕਟ ਕਰਦੇ ਹਾਂ, ਰਿਸਪੌਂਡ ਕਰਦੇ ਹਾਂ। ਐਕਟਿਵ ਲਿਸਨਿੰਗ ਦੀਆਂ ਇਹ ਨਿਸ਼ਾਨੀਆਂ ਨੇ, ਇਹਦੇ 'ਚ ਆਪਾਂ ਗੱਲ ਨੂੰ ਰਿਪੀਟ ਕਰਦੇ ਹਾਂ, ਰਿਫਲੈਕਟ ਕਰਦੇ ਹਾਂ, ਰਿਸਪੌਂਡ ਕਰਦੇ ਹਾਂ। ਫੋਰ ਐਗਜ਼ਾਮਪਲ, ਕਿਸੇ ਨੇ ਤੁਹਾਨੂੰ ਝਿੜਕਤਾ, ਕਿ ਤੁਸੀਂ ਉਸ ਨੂੰ ਇਹ ਗੱਲ ਕਹੀ ਹੈ ਵੀ ਮੈਨੂੰ ਦੁਬਾਰੇ ਝਿੜਕ, ਮੈਨੂੰ ਆਨੰਦ ਨਹੀਂ ਆਇਆ ਝਿੜਕ ਖਾਣ ਦਾ, ਵੀ ਤੂੰ ਮੈਨੂੰ ਦੁਬਾਰੇ ਝਿੜਕ, ਆਪਾਂ ਉਦੋਂ ਤਾਂ ਕੀ ਸੋਚਦੇ ਵੀ ਇਹ ਗੱਲਾਂ ਲੰਘ ਜਾਣ, ਦੁਬਾਰੇ ਮੈਨੂੰ ਸੁਣਨੀਆਂ ਨਾ ਪੈਣ, ਆਪਾਂ ਇਹ ਗੱਲ ਸੋਚਦੇ ਹਾਂ। ਪਰ ਜਿਹੜੀ ਚੀਜ਼ ਆਪਾਂ ਨੂੰ ਆਨੰਦ ਦੇ ਰਹੀ ਹੈ, ਜਦੋਂ ਆਪਾਂ ਨੂੰ ਕੋਈ ਵਾਹ ਵਾਹ ਕਰੇ, ਤਾੜੀਆਂ ਮਾਰੇ, ਖੁਸ਼ੀ ਦੇਵੇ, ਤਾਂ ਉਹ ਕੀ ਹੈ, ਐਕਟਿਵ ਲਿਸਨਿੰਗ ਹੈ। ਜਦੋਂ ਆਪਾਂ ਨੂੰ ਕੋਈ ਪ੍ਰਸ਼ੰਸਾ ਕਰ ਰਿਹਾ, ਆਪਾਂ ਨੂੰ ਵਧੀਆ ਕਹਿ ਰਹੇ ਹੈ, ਤਾਂ ਆਪਾਂ ਇਹ ਕਹਿ ਸਕਦੇ ਵੀ ਦੁਬਾਰੇ ਕਹੀਂ ਮੈਨੂੰ ਆਨੰਦ ਆਇਆ ਤੇਰੀ ਗੱਲ ਸੁਣ ਕੇ। ਜਦੋਂ ਆਪਾਂ ਨੂੰ ਆਨੰਦ ਆਊਗਾ, ਐਕਟਿਵ ਹੋ ਕੇ ਸੁਣਾਂਗੇ, ਫਿਰ ਉਹ ਚੀਜ਼ ਰਿਪੀਟ ਹੋਵੇ, ਆਪਣਾ ਜੀਅ ਕਰਦਾ ਹੈ ਨਾ। ਕਦੇ ਗਾਲਾਂ ਕਿਸੇ ਨੇ ਕਿਹਾ ਵੀ, ਕਿਸੇ ਨੇ ਵੀ ਗਾਲਾਂ ਰਿਪੀਟ ਕਰੋ ਬਈ, ਮੈਨੂੰ ਸੁਣੀਆਂ ਨਹੀਂ ਹੈਗੀਆਂ, ਜੋ ਤੁਸੀਂ ਨੇ ਮੈਨੂੰ ਝਿੜਕਿਆ ਸੀ, ਗਾਲਾਂ ਦਿੱਤੀਆਂ ਸੀ, ਠੀਕ ਹੈ। ਤਾਂ ਆਪਾਂ ਕਦੇ ਨਹੀਂ ਕਹਿੰਦੇ ਵੀ ਰਿਪੀਟ ਕਰੋ। ਜਦੋਂ ਕੋਈ ਚੀਜ਼ ਆਪਾਂ ਨੂੰ ਵਧੀਆ ਲੱਗਦੀ, ਐਕਟਿਵ ਹੋ ਕੇ ਸੁਣਦੇ ਆਪਾਂ, ਐਕਟਿਵ ਲਿਸਨਿੰਗ ਹੁੰਦੀ ਹੈ, ਉਹਦੇ ਵਿੱਚ ਕੀ ਕਰਦੇ ਹਾਂ, ਆਪਾਂ ਚੀਜ਼ਾਂ ਨੂੰ ਰਿਪੀਟ ਕਰਨ ਦੀ ਵੀ ਕੋਸ਼ਿਸ਼ ਕਰਦੇ ਹਾਂ, ਵੀ ਚੀਜ਼ਾਂ ਰਿਪੀਟ ਕਰੋ ਜੀ, ਰਿਫਲੈਕਟ ਕਰਦੇ ਹਾਂ ਉਸ ਦੇ ਪ੍ਰਤੀ, ਆਪਾਂ ਸਾਹਮਣੇ ਵਾਲੇ ਨੂੰ ਰਿਸਪੈਕਟ ਕਰਦਾ ਵੀ ਥੈਂਕ ਯੂ ਸੋ ਮੱਚ, ਇੱਦਾਂ ਕਹਿੰਦੇ ਹਾਂ, ਕੁਛ ਰਿਸਪੌਂਡ ਕਰਦੇ ਹਾਂ ਉਹਦੇ ਪ੍ਰਤੀ, ਠੀਕ ਹੈ। ਤਾਂ ਇਸ ਤਰੀਕੇ ਨਾਲ ਦੋਸਤੋ ਐਕਟਿਵ ਲਿਸਨਿੰਗ ਦੇ ਵਿੱਚ ਇਹ ਸਭ ਚੀਜ਼ਾਂ ਸ਼ਾਮਿਲ ਹੁੰਦੀਆਂ ਨੇ, ਠੀਕ ਹੈ ਜੀ। ਇਸ ਤੋਂ ਬਾਅਦ ਆਪਾਂ ਗੱਲ ਕਰਦੇ ਹਾਂ ਅੱਗੇ ਦੋ ਟਾਈਪਸ, ਇਹ ਵੀ ਸਮਝੋ ਕਿ ਇੱਕ ਤਾਂ ਹੁੰਦੀ ਹੈ ਐਕਸਟੈਂਸਿਵ ਜਾਂ ਗਲੋਬਲ ਲਿਸਨਿੰਗ ਕਹਿ ਦਿੰਦੇ ਆਪਾਂ। ਐਕਸਟੈਂਸਿਵ ਹੈ, ਠੀਕ ਹੈ, ਸਧਾਰਨ ਤੌਰ 'ਤੇ ਸਧਾਰਨ ਅਰਥਾਂ ਵਿੱਚ ਸੁਣਨਾ, ਮਤਲਬ ਤੁਸੀਂ ਸਾਹਮਣੇ ਵਾਲੇ ਦੀ ਪੂਰੀ ਗੱਲ ਸੁਣ ਰਹੇ ਹੋ, ਉਹਦਾ ਇੱਕ ਕਨਕਲੂਜਨ ਜਿਹਾ ਕੱਢ ਲਓਗੇ ਵੀ ਠੀਕ ਹੈ, ਬਸ ਉਹਨੇ ਕੀ ਕੋਈ ਗੱਲ ਕਹਿਤੀ, ਸਮਝਾਤੀ, ਤੁਸੀਂ ਉਹਦਾ ਕਨਕਲੂਜਨ ਕੱਢ ਲਓਗੇ, ਬਸ ਇਹ ਗੱਲ ਹੈ, ਠੀਕ ਹੈ, ਇੱਦਾਂ ਕਹਿ ਦਾਂਗੇ ਆਪਾਂ। ਸਧਾਰਨ ਤੌਰ 'ਤੇ ਸਧਾਰਨ ਅਰਥਾਂ ਲਈ ਸੁਣਿਆ ਆਪਾਂ ਨੇ, ਠੀਕ ਹੈ। ਇੱਕ ਕੀ ਹੋ ਸਕਦੀ ਹੈ, ਇੰਟੈਂਸਿਵ ਲਿਸਨਿੰਗ ਹੋ ਸਕਦੀ ਹੈ। ਜੋ ਇੰਟੈਂਸਿਵ ਲਿਸਨਿੰਗ ਹੁੰਦੀ ਹੈ ਨਾ, ਇਹਦੇ 'ਚ ਆਪਾਂ ਡੂੰਘਾਈ ਨਾਲ ਸੁਣਦੇ ਹਾਂ, ਡੂੰਘਾਈ ਨਾਲ ਸੁਣਨਾ ਇਸ ਦੇ ਵਿੱਚ ਸ਼ਾਮਲ ਹੈ। ਹਿੱਸਿਆਂ ਤੋਂ ਪੂਰਨ ਵੱਲ ਜਾਣਾ, ਮਤਲਬ ਕਿ ਨਿੱਕੀ ਨਿੱਕੀ ਗੱਲ ਤੋਂ ਚੱਲਦੇ ਹੋਏ ਆਪਾਂ ਪੂਰੇ ਅਰਥ ਵੱਲ ਗਏ ਹਾਂ। ਮਤਲਬ ਕਿ ਪਹਿਲਾਂ ਸਿਰਫ ਧੁਨੀ ਨੂੰ ਸੁਣਿਆ ਵੀ ਸਾਹਮਣੇ ਵਾਲਾ ਸ ਦੀ ਗੱਲ ਕਰ ਰਿਹਾ ਹੈ, ਸਾਹਮਣੇ ਵਾਲਾ ਕੋਈ ਸ਼ਬਦ ਕਹਿ ਰਿਹਾ ਹੈ, ਸਾਹਮਣੇ ਵਾਲਾ ਇਹ ਵਾਕ ਕਹਿ ਰਿਹਾ ਹੈ, ਫਿਰ ਉਸ ਦੇ ਅਰਥ ਤੱਕ ਪਹੁੰਚਣ ਦੀ ਕੋਸ਼ਿਸ਼ ਕਰਦੇ ਹਾਂ। ਪਹਿਲਾਂ ਵਰਡ, ਫਿਰ ਫਰਾਜ਼, ਫਿਰ ਸੈਂਟੈਂਸ, ਫਿਰ ਗ੍ਰਾਮਰ, ਵੀ ਸਹੀ ਅਰਥ ਹੈ, ਇਹ ਗੱਲ ਅੱਗੇ ਪਿੱਛੇ ਹੋ ਗਈ, ਠੀਕ ਹੈ। ਤਾਂ ਧੁਨੀਆਂ ਤੋਂ ਸ਼ਬਦਾਂ 'ਤੇ ਫਿਰ ਵਾਕਾਂ 'ਤੇ ਜਾਂਦੇ ਹਾਂ, ਇਹ ਹੈਗੀ ਹੈ ਇੰਟੈਂਸਿਵ ਲਿਸਨਿੰਗ ਹੈ, ਠੀਕ ਹੈ। ਇਸ ਚੀਜ਼ ਨੂੰ ਤੁਸੀਂ ਧਿਆਨ ਦੇ ਵਿੱਚ ਰੱਖੋਗੇ। ਹੁਣ ਕਈ ਵਾਰ ਤੁਹਾਨੂੰ ਪੂਰੀ ਇੱਕ ਅਨਾਊਂਸਮੈਂਟ ਕਰ ਦਿੱਤੀ ਜਾਵੇ, ਤੁਸੀਂ ਉਹਦਾ ਕਨਕਲੂਜਨ ਕੱਢ ਲਓਗੇ, ਬਸ ਠੀਕ ਹੈ, ਇਹਦਾ ਮਤਲਬ ਕੱਲ੍ਹ ਨੂੰ ਛੁੱਟੀ ਹੈ, ਹੈ ਨਾ। ਜਿਵੇਂ ਬੱਚਿਆਂ ਨੂੰ ਕੋਈ ਅਨਾਊਂਸਮੈਂਟ ਕਰਨ ਵਗ ਜਾਓ, ਬੱਚਿਆਂ ਨੂੰ ਕੋਈ ਨਹੀਂ ਮਕਸਦ ਹੈਗਾ, ਤੁਸੀਂ ਦੱਸ ਰਹੇ ਹੋ ਪੰਜਾਬ ਦੇ ਵਿੱਚ ਹੜ੍ਹਾਂ ਦੀ ਸਥਿਤੀ ਬਣੀ ਹੋਈ ਹੈ ਜੀ, ਜਿਸ ਕਾਰਨ ਕੀ ਹੈ ਕਿ ਪੰਜਾਬ ਦੇ ਸਕੂਲਾਂ ਵਿੱਚ ਛੁੱਟੀਆਂ ਕੀਤੀਆਂ ਜਾ ਰਹੀਆਂ ਨੇ, ਇਹ ਗੱਲ ਮੰਨ ਕੇ ਚਲੋ ਤੁਸੀਂ ਬੱਚਿਆਂ ਨੂੰ ਜਾ ਕੇ ਕਹਿਤੀ, ਠੀਕ ਹੈ। ਬੱਚਿਆਂ ਨੂੰ ਕੀ ਹੁੰਦਾ ਹੈ, ਤੁਸੀਂ ਕਿਹੜੀ ਗੱਲ ਕਿੱਥੇ ਤੋਂ ਸ਼ੁਰੂ ਕੀਤੀ, ਕਿੱਥੇ ਖਤਮ ਕੀਤੀ, ਕੋਈ ਮਕਸਦ ਨਹੀਂ, ਜਸਟ ਉਹਨਾਂ ਤੱਕ ਇੱਕ ਮੈਸੇਜ ਪਹੁੰਚ ਗਿਆ ਵੀ ਹਾਂ ਛੁੱਟੀਆਂ ਨੇ, ਠੀਕ ਹੈ, ਮੈਸੇਜ ਪਹੁੰਚ ਗਿਆ। ਇਹ ਕੀ ਹੈ, ਐਕਸਟੈਂਸਿਵ ਗਲੋਬਲ ਲਿਸਨਿੰਗ ਹੈ, ਠੀਕ ਹੈ। ਬਟ ਇੰਟੈਂਸਿਵ ਲਿਸਨਿੰਗ ਕੀ ਹੈ, ਜਦੋਂ ਟੀਚਰ ਪੜ੍ਹਾ ਰਿਹਾ ਹੈ, ਪੜ੍ਹਾਉਂਦੇ ਹੋਏ ਉਹ ਸਵਾਲ ਦਾ ਕੱਲਾ ਕੱਲਾ ਸਟੈਪ ਦੱਸ ਰਿਹਾ, ਕੋਈ ਕੁਐਸਚਨ ਉਸ ਦਾ ਕੱਲਾ ਕੱਲਾ ਸਟੈਪ ਦੱਸ ਰਿਹਾ, ਬੱਚੇ ਧਿਆਨ ਨਾਲ ਸੁਣਦੇ ਨੇ, ਸਰ ਨੇ ਵੀ ਕਿੱਦਾਂ ਉਚਾਰਨ ਕੀਤਾ ਹੈ, ਕਿਹੜਾ ਸ਼ਬਦ ਵਰਤਿਆ, ਕਿਹੜਾ ਵਾਕ ਲਿਖਿਆ, ਕੀ ਅਰਥ ਹੈ, ਤਾਂ ਬੱਚੇ ਆ ਉਹ ਕੀ ਕਰ ਰਹੇ ਨੇ, ਉਦੋਂ ਇੰਟੈਂਸਿਵ ਲਿਸਨਿੰਗ ਵਰਤ ਰਹੇ ਨੇ, ਧਿਆਨ ਨਾਲ ਸੁਣ ਰਹੇ ਨੇ, ਠੀਕ ਹੈ ਜੀ। ਇਸ ਤੋਂ ਬਾਅਦ ਆਪਾਂ ਗੱਲ ਕਰਦੇ ਹਾਂ ਦੋ ਅਪਰੋਚਾਂ ਦੀ ਗੱਲ ਕਰਾਂਗੇ, ਕੁਝ ਪਹੁੰਚਾਂ ਨੇ। ਇੱਕ ਪਹੁੰਚ ਹੈ ਜੀ ਕਿ ਬੋਟਮ ਅਪ ਅਪਰੋਚ, ਇਹਨੂੰ ਤੁਹਾਨੂੰ ਇੱਦਾਂ ਹੀ ਲਿਖਿਆ ਹੋਇਆ ਅੱਜ ਲੱਗਦਾ ਪੰਜਾਬੀ 'ਚ ਵੀ, ਠੀਕ ਹੈ, ਬੋਟਮ ਅਪ ਅਪਰੋਚ, ਠੀਕ ਹੈ, ਬੋਟਮ ਅਪ ਪਹੁੰਚ ਲਿਖਿਆ ਹੋਇਆ ਆ ਸਕਦਾ, ਇੰਗਲਿਸ਼ 'ਚ ਆਪਾਂ ਅਪਰੋਚ ਆਖਦੇ ਹਾਂ, ਅਪਰੋਚਸ, ਠੀਕ ਹੈ। ਤਾਂ ਬੋਟਮ ਅਪ ਅਪਰੋਚ ਅਤੇ ਇੱਕ
ਅੱਗੇ ਪੜਾਂਗੇ ਆਪਾਂ ਟੌਪ ਡਾਊਨ। ਠੀਕ ਹੈ ਜੀ। ਤਾਂ ਆਪਾਂ ਬੋਟਮ ਅਪ ਅਪਰੋਚ ਨੂੰ ਸਮਝਦੇ ਹਾਂ। ਜੋ ਬੋਟਮ ਅਪ ਅਪਰੋਚ ਹੈ ਜੀ ਇਹ ਕੀ ਹੈ, ਦੇਖੋ ਇਹਨੂੰ ਸਮਝੋ ਧਿਆਨ ਨਾਲ। ਇਹਦੇ 'ਚ ਆਪਾਂ ਪਾਰਟ ਟੂ ਹੋਲ ਜਾਂਦੇ ਹਾਂ, ਮਤਲਬ ਕਿ ਕੁਝ ਹਿੱਸੇ ਸੀ, ਉਹਨਾਂ ਹਿੱਸਿਆਂ ਤੋਂ ਆਪਾਂ ਪੂਰੇ ਵੱਲ ਗਏ ਹਾਂ। ਸ਼ਬਦਾਂ ਨੂੰ ਸਮਝ ਕੇ ਫਿਰ ਵਾਕਾਂ ਨੂੰ ਸਮਝਾਂਗੇ, ਫਿਰ ਅਰਥਾਂ 'ਤੇ ਜਾਵਾਂਗੇ। ਦੇਖਿਓ ਇਹ ਇੱਦਾਂ ਹੈ, ਇਹਨੂੰ ਇੱਦਾਂ ਯਾਦ ਕਰੋ। ਠੀਕ ਹੈ, ਪਹਿਲਾਂ ਆਪਾਂ ਇਹ ਚੀਜ਼ ਨੂੰ ਸਮਝਾਂਗੇ, ਫਿਰ ਇਹ ਚੀਜ਼ ਨੂੰ ਸਮਝਾਂਗੇ, ਫਿਰ ਇਹ ਚੀਜ਼ ਨੂੰ ਸਮਝਾਂਗੇ, ਫਿਰ ਇਹ ਚੀਜ਼ ਨੂੰ ਸਮਝਾਂਗੇ। ਪਹਿਲਾਂ ਆਪਾਂ ਕੀ ਕਰਾਂਗੇ, ਧੁਨੀਆਂ ਨੂੰ, ਸ਼ਬਦਾਂ ਨੂੰ, ਵਾਕਾਂ ਨੂੰ, ਫਿਰ ਅਰਥਾਂ ਨੂੰ ਸਮਝਾਂਗੇ। ਠੀਕ ਹੈ, ਤਾਂ ਆਪਾਂ ਕੀ ਕਰ ਰਹੇ ਹਾਂ, ਨੀਚੇ ਤੋਂ ਉੱਪਰ ਵੱਲ ਜਾ ਰਹੇ ਹਾਂ। ਛੋਟੀ ਚੀਜ਼ ਨੂੰ ਸਮਝਦੇ ਹੋਏ ਥੋੜ੍ਹੀ ਵੱਡੀ ਇੱਦਾਂ ਜਾ ਰਹੇ ਹਾਂ। ਠੀਕ ਹੈ, ਤਾਂ ਇਹ ਕੀ ਹੈ, ਬੋਟਮ ਅਪ ਅਪਰੋਚ ਹੈ। ਠੀਕ ਹੈ ਜੀ। ਇਹਦੇ 'ਚ ਪਾਰਟ ਟੂ ਹੋਲ ਜਾਣਾ ਆਪਾਂ ਨੇ, ਪਾਰਟ ਟੂ ਹੋਲ ਜਾਣਾ। ਅਤੇ ਇਸ ਤੋਂ ਬਾਅਦ ਆਪਾਂ ਗੱਲ ਕਰਦੇ ਹਾਂ ਟੌਪ ਡਾਊਨ। ਇੱਥੇ ਐਨ ਆਉਣੀ ਸੀ, ਟੌਪ ਡਾਊਨ ਅਪਰੋਚ। ਠੀਕ ਹੈ, ਤਾਂ ਦੇਖੋ ਟੌਪ ਡਾਊਨ ਅਪਰੋਚ ਹੈ ਜੋ, ਇਸ ਦੇ ਵਿੱਚ ਇੱਦਾਂ ਹੈ, ਉਲਟ ਹੈ ਇਹ। ਠੀਕ ਹੈ, ਇਹਦੇ ਵਿੱਚ ਆਪਾਂ ਕੀ ਕੀਤਾ, ਮਤਲਬ ਪਹਿਲਾਂ ਉੱਪਰੋਂ, ਠੀਕ ਹੈ, ਉੱਪਰੋਂ ਨੀਚੇ ਵੱਲ ਆਏ। ਠੀਕ ਹੈ, ਜਾਂ ਇਹਨੂੰ ਇੱਦਾਂ ਸਮਝੋ, ਇੱਕ ਮਿੰਟ, ਇਹਦਾ ਮੈਂ ਉਲਟ ਬਣਾ ਗਿਆ ਡਾਇਗਰਾਮ। ਇੱਦਾਂ ਸਮਝੋ, ਡਾਇਗਰਾਮ ਨੂੰ ਉੱਦਾਂ ਹੀ ਰੱਖੋ, ਆਪਾਂ ਕੀ ਕੀਤਾ, ਪਹਿਲਾਂ ਇਸ ਹਿੱਸੇ ਨੂੰ ਸਮਝਿਆ, ਯਾਨੀ ਕਿ ਆਪਾਂ ਹੋਲ ਟੂ ਪਾਰਟ ਆ ਰਹੇ ਹਾਂ, ਉੱਪਰੋਂ ਨੀਚੇ ਵੱਲ ਆ ਰਹੇ ਹਾਂ। ਠੀਕ ਹੈ, ਟੌਪ ਟੂ ਡਾਊਨ, ਉੱਪਰ ਤੋਂ ਥੱਲੇ ਆ ਰਹੇ ਹਾਂ ਇਹਦੇ 'ਚ। ਠੀਕ ਹੈ, ਤਾਂ ਬੈਕਗਰਾਊਂਡ ਨੌਲੇਜ ਪ੍ਰੋਡਿਕਸ਼ਨ ਕਰ ਰਹੇ ਹਾਂ ਵੀ ਇਹ ਸੀ। ਉੱਪਰੋਂ ਇੰਨਾ ਵੱਡੀ ਨੌਲੇਜ ਲੈ ਲਈ ਆਪਾਂ ਨੇ ਜਦੋਂ, ਤਾਂ ਫਿਰ ਇਹਦੇ ਨੀਚੇ ਇੰਨਾ ਕੁ ਹੋਊਗਾ, ਇੰਨਾ ਹੋਊਗਾ, ਇੰਨਾ ਹੋਊਗਾ, ਇੰਨਾ ਹੋਊਗਾ, ਇੰਨਾ। ਮਤਲਬ ਕਿ ਆਪਾਂ ਉੱਪਰੋਂ ਵੱਡੀ ਚੀਜ਼ ਨੂੰ ਸਮਝਿਆ ਪਹਿਲਾਂ, ਫਿਰ ਛੋਟੀਆਂ ਚੀਜ਼ਾਂ 'ਤੇ ਆਏ। ਪਹਿਲਾਂ ਆਪਾਂ ਵਾਕ ਦਾ ਪੂਰਾ ਅਰਥ ਸਮਝ ਲਿਆ, ਫਿਰ ਆਪਾਂ ਨੇ ਵਾਕ ਸਮਝਿਆ, ਫਿਰ ਆਪਾਂ ਨੇ ਸ਼ਬਦ ਦੇਖਿਆ, ਫਿਰ ਆਪਾਂ ਨੇ ਧੁਨੀ ਦੇਖੀ ਵੀ ਅੱਛਾ ਇੱਦਾਂ ਧੁਨੀ ਹੈ ਇਹਦੇ ਵਿੱਚ। ਠੀਕ ਹੈ, ਇੱਦਾਂ ਸ਼ਬਦ ਹੈ, ਅੱਖਰ ਹੈ। ਠੀਕ ਹੈ, ਪਹਿਲਾਂ ਆਪਾਂ ਨੇ ਅਰਥ ਨੂੰ, ਫਿਰ ਸ਼ਬਦ ਨੂੰ, ਫਿਰ ਆਪਾਂ ਕਹਿ ਸਕਦੇ ਹਾਂ ਕਿ ਧੁਨੀਆਂ ਨੂੰ ਸਮਝਿਆ ਆਪਾਂ ਨੇ, ਮਤਲਬ ਅੱਖਰਾਂ ਨੂੰ ਸਮਝਿਆ। ਠੀਕ ਹੈ ਜੀ। ਤਾਂ ਵਾਕਾਂ ਦਾ ਅਰਥ ਸਮਝਿਆ, ਧੁਨੀਆਂ ਨੂੰ ਸਮਝਣਾ, ਸ਼ਬਦਾਂ ਨੂੰ, ਫਿਰ ਧੁਨੀਆਂ ਨੂੰ। ਠੀਕ ਹੈ, ਤਾਂ ਬੈਕਗਰਾਊਂਡ ਨੌਲੇਜ ਪ੍ਰੋਡਕਸ਼ਨ ਇਸ ਦੇ ਵਿੱਚ ਸ਼ਾਮਲ ਹੁੰਦੀ ਹੈ। ਇਹ ਚੀਜ਼ ਕੁਝ ਗੱਲਾਂ ਨੇ ਦੋਸਤੋ ਜਿਨ੍ਹਾਂ ਨੂੰ ਤੁਸੀਂ ਧਿਆਨ ਦੇ ਵਿੱਚ ਰੱਖਣਾ ਹੈ। ਇਸ ਤੋਂ ਬਾਅਦ ਆਪਾਂ ਸਮਝਦੇ ਹਾਂ, ਇੱਕ ਲਾਸਟ ਪੁਆਇੰਟ ਹੋਰ ਰਹਿ ਗਿਆ। ਆਪਾਂ ਨੇ ਲਿਸਨਿੰਗ ਦਾ ਰੋਲ ਸਮਝ ਲਿਆ, ਇਸ ਤੋਂ ਬਿਨਾਂ ਲਿਸਨਿੰਗ ਦੀਆਂ ਕਿਸਮਾਂ ਸਮਝ ਲਈਆਂ, ਉਸ ਦੀਆਂ ਅਪਰੋਚਸ ਸਮਝ ਲਈਆਂ, ਟੌਪ ਡਾਊਨ, ਬੋਟਮ ਅਪ, ਇਹ ਅਪਰੋਚਸ ਸਮਝ ਲਈਆਂ। ਹੁਣ ਆਪਾਂ ਸਮਝਦੇ ਹਾਂ ਸਪੀਕਿੰਗ ਸਕਿੱਲ ਨੂੰ ਸਮਝੋ। ਗ੍ਰਾਮੈਟੀਕਲੀ ਵਿਆਕਰਨ। ਠੀਕ ਹੈ, ਇਸ ਦੇ ਵਿੱਚ ਕੀ ਹੁੰਦਾ ਹੈ, ਗ੍ਰਾਮੈਟੀਕਲੀ ਵਿਆਕਰਨ ਦੇ ਵਿੱਚ ਕੀ ਸ਼ਾਮਲ ਹੈ ਕਿ ਜਦੋਂ ਆਪਾਂ ਕੁਝ ਗੱਲ ਕਹਿ ਰਹੇ ਹਾਂ, ਉਹ ਆਪਾਂ ਵਿਆਕਰਨ ਗੱਲ ਦੇ ਪੁਆਇੰਟ ਆਫ ਵਿਊ ਤੋਂ ਸਹੀ ਕਹਿ ਰਹੇ ਜਾਂ ਗਲਤ। ਮਤਲਬ ਜੋ ਆਪਾਂ ਸਪੀਕ ਕਰ ਰਹੇ ਹਾਂ, ਬੋਲ ਰਹੇ ਹਾਂ, ਬੋਲਣ ਕੌਸ਼ਲ ਹੈ ਜਿਹੜੀ, ਹੈ ਨਾ, ਉਸ ਦੇ ਵਿੱਚ ਵਿਦਿਆਰਥੀ ਨੂੰ ਕਿਸ ਚੀਜ਼ ਦਾ ਧਿਆਨ ਰੱਖਣਾ ਪਏਗਾ ਵੀ ਉਹ ਗ੍ਰਾਮਰ ਦੇ ਅਕੋਰਡਿੰਗ ਗੱਲ ਸਹੀ ਕਹਿ ਰਹੀ ਹੈ। ਉਹ ਕਹਿ ਰਹੀ ਹੈ ਮੈਂ ਪਾਣੀ ਪੀਵਾਂਗਾ, ਕੀ ਤਾਂ ਉਹ ਪਾਣੀ ਪੀ ਕੇ ਹਟਿਆ, ਮੰਨ ਕੇ ਚਲੋ ਪਾਣੀ ਪੀ ਕੇ ਹਟ ਗਿਆ, ਕਿ ਉਹ ਫਿਰ ਵੀ ਇਹ ਗੱਲ ਕਹਿ ਰਿਹਾ ਮੈਂ ਪਾਣੀ ਪੀਵਾਂਗਾ, ਉਹ ਕਹਿਣੀ ਉਹਨੇ ਕੀ ਹੈ, ਮੈਂ ਪਾਣੀ ਪੀ ਚੁੱਕਾ ਹਾਂ। ਸਮਝ ਗਏ। ਤਾਂ ਇੱਦਾਂ ਵੀ ਗ੍ਰਾਮਰ ਦੇ ਪੁਆਇੰਟ ਆਫ ਵਿਊ ਤੋਂ ਗੱਲ ਸਹੀ ਹੈ ਜਾਂ ਗਲਤ ਹੈ। ਠੀਕ ਹੈ, ਤਾਂ ਗ੍ਰਾਮੈਟੀਕਲ ਰਿਸਪੈਕਟ ਦੇਖਣਾ ਹੁੰਦਾ ਇੱਕ ਤਾਂ ਸਪੀਕਿੰਗ ਦੇ ਵਿੱਚ। ਇੱਕ ਆਪਾਂ ਨੇ ਸਟ੍ਰੈਟਜੀ ਦੇਖਣੀ ਹੁੰਦੀ, ਯੋਜਨਾ ਦੇਖਣੀ ਹੁੰਦੀ ਹੈ ਵੀ ਉਸ ਦੀ ਇਹ ਗੱਲ ਕਹਿਣ ਦੀ ਯੋਜਨਾ ਕਿਵੇਂ ਹੈ, ਵੀ ਉਹ ਕਿਤੇ ਸ਼ਬਦ ਨੂੰ ਅੱਗੇ ਵਿੱਚ ਤਾਂ ਨਹੀਂ ਲਾ ਰਿਹਾ, ਪੀਵਾਂਗਾ ਪਾਣੀ ਮੈਂ, ਇੱਦਾਂ ਤਾਂ ਨਹੀਂ ਕਹਿ ਰਿਹਾ। ਠੀਕ ਹੈ, ਤਾਂ ਇਸ ਤੋਂ ਬਾਅਦ ਇਹ ਸਹੀ ਜਿਹੜੀ ਗੱਲ ਹੈ ਉਹ ਕੀ ਹੋਣੀ ਚਾਹੀਦੀ ਹੈ, ਸੋਸ਼ਲ ਲਿੰਗੁਇਸਟਿਕ ਹੋਣੀ ਚਾਹੀਦੀ ਹੈ, ਸਹੀ ਹੋਣੀ ਚਾਹੀਦੀ ਹੈ, ਢੁਕਵੀਂ ਹੋਣੀ ਚਾਹੀਦੀ ਹੈ। ਫੋਰ ਐਗਜ਼ਾਮਪਲ ਤੁਸੀਂ ਕੋਈ ਭਾਸ਼ਣ ਦੇ ਰਹੇ ਹੋ, ਉਹ ਭਾਸ਼ਣ ਵਿਆਕਰਨ ਦੇ ਅਕੋਰਡਿੰਗ ਹੋਵੇ, ਉਸ ਦੀ ਇੱਕ ਸਹੀ ਯੋਜਨਾ ਹੋਵੇ। ਇਹ ਨਾ ਹੋਵੇ ਜੋ ਗੱਲ ਲਾਸਟ 'ਤੇ ਕਹਿਣੀ ਉਹ ਗੱਲ ਤੁਸੀਂ ਪਹਿਲਾਂ ਹੀ ਕਹਿ ਦਿਓ, ਜੋ ਗੱਲ ਪਹਿਲਾਂ ਕਹਿਣੀ ਉਹ ਗੱਲ ਤੁਸੀਂ ਲਾਸਟ 'ਤੇ ਕਹੋ। ਤੁਸੀਂ ਕਹੋ ਦੇਖੋ ਜੀ ਕੀ ਗੱਲ ਹੈ, ਗੱਲ ਇੱਦਾਂ ਹੈ ਕਿ ਆਪਾਂ ਕੀ ਕਰਾਂਗੇ, ਤਿਆਰੀ ਸ਼ੁਰੂ ਕਰਾਂਗੇ ਅਤੇ ਇਸ ਦਾ ਜਿਹੜਾ ਬੈਚ ਹੈ ਉਹ ਆਪਾਂ ਇੰਨੀ ਤਰੀਕ ਤੋਂ ਸਟਾਰਟ ਕਰਾਂਗੇ। ਇਹ ਸਾਰੀ ਗੱਲ ਦੱਸਤੀ, ਉਸ ਤੋਂ ਬਾਅਦ ਜਾ ਕੇ ਤੁਸੀਂ ਲਾਸਟ 'ਤੇ ਦੱਸਿਆ ਵੀ ਇਹ ਪੇਪਰ ਦੀ ਇਹ ਤਾਂ ਜਮੀ ਹੈ ਨਾ ਕੰਮ ਗੱਲ ਹੀ ਨਹੀਂ ਬਣੀ ਨਾ। ਤੁਸੀਂ ਕਹਿੰਦਾ ਤਿਆਰੀ ਸ਼ੁਰੂ ਕਰਾਂਗੇ, ਬੈਚ ਇੰਨੀ ਤਰੀਕ ਤੋਂ ਸਟਾਰਟ ਹੈ, ਤਾਂ ਤੁਸੀਂ ਸਾਰੇ ਜੁਆਇਨ ਕਰ ਲਓ। ਲਾਸਟ ਵਿੱਚ ਦੱਸਿਆ ਤੁਸੀਂ ਨੇ ਸੀਟੈਟ ਦੀ, ਇਹ ਤਾਂ ਫਿਰ ਕੋਈ ਗੱਲ ਨਾ ਬਣੀ ਹੈ ਨਾ। ਯੋਜਨਾ ਬਣਾਓ। ਪਹਿਲਾਂ ਤੁਸੀਂ ਕੀ ਕਹੋਗੇ, ਸੀਟੈਟ ਤੁਸੀਂ ਦੇਣ ਜਾ ਰਹੇ ਹੋ, ਸੀਟੈਟ ਦੀ ਤਿਆਰੀ ਜਿਨ੍ਹਾਂ ਨੇ ਕਰਨੀ ਹੈ ਪੰਜਾਬੀ ਦੀ, ਉਹ ਸਾਰੇ ਕੀ ਕਰਨਗੇ, ਬੈਚ ਜੁਆਇਨ ਕਰਨਗੇ, ਇੰਨੀ ਤਰੀਕ ਤੋਂ ਬੈਚ ਸਟਾਰਟ ਹੈ। ਇਹ ਯੋਜਨਾ। ਠੀਕ ਹੈ, ਵਿਆਕਰਨ ਦੇ ਅਕੋਰਡਿੰਗ ਸਹੀ ਹੈ, ਯੋਜਨਾ ਦੇ ਅਕੋਰਡਿੰਗ ਸਹੀ ਹੈ, ਢੁਕਵੀਂ ਸ਼ਬਦਾਵਲੀ ਹੈ। ਇਹ ਨਾ ਹੋਵੇ ਤੁਸੀਂ ਆਪਣੇ ਤੋਂ ਵੱਡਿਆਂ ਨੂੰ ਕਹਿ ਰਹੇ ਹੋ ਉਹ ਬੱਚੇ ਹੋ ਆਪਾਂ ਬੈਚ ਸਟਾਰਟ ਕਰਾਂਗੇ। ਠੀਕ ਹੈ, ਤਾਂ ਤੁਸੀਂ ਨਾਲ ਦੇ ਹੋ, ਮੈਂ ਕੀ ਸ਼ਬਦ ਵਰਤਦਾ, ਦੋਸਤ ਹੋ, ਆਪਾਂ ਫਰੈਂਡਸ ਆਪਸ 'ਚ, ਕਿਉਂਕਿ ਤੁਸੀਂ ਸਾਰੇ ਮੇਰੀ ਉਮਰ ਦੇ ਹੋ, ਹਮ ਉਮਰ ਦੇ ਹੋ, ਕੋਈ ਵੱਡਾ ਹੋ ਸਕਦਾ, ਕੋਈ ਛੋਟਾ, ਕੋਈ ਬਰਾਬਰ ਦਾ ਹੋ ਸਕਦਾ, ਤਾਂ ਆਪਾਂ ਸਾਰਿਆਂ ਲਈ ਫਰੈਂਡਸ ਦਾ ਸ਼ਬਦ ਵਰਤ ਰਹੇ ਹਾਂ। ਠੀਕ ਹੈ, ਤਾਂ ਇੱਦਾਂ ਕੀ ਹੈ ਵੀ ਇੱਕ ਢੁਕਵੀਂ ਸ਼ਬਦਾਵਲੀ ਹੋਵੇ। ਤੁਸੀਂ ਕੋਈ ਭਾਸ਼ਣ ਦੇ ਰਹੇ ਹੋ, ਭਾਸ਼ਣ ਤੁਸੀਂ ਦੇ ਰਹੇ ਹੋ ਕਿਸੇ ਸ਼ਹਿਰ ਦੇ ਵਿੱਚ ਜਾ ਕੇ ਵੱਡੇ ਲੋਕਾਂ ਨੂੰ, ਤੁਸੀਂ ਉਹਨਾਂ ਨੂੰ ਬੱਚਿਓ ਕਹਿ ਰਹੇ ਹੋ। ਭਾਸ਼ਣ ਦੇ ਰਹੇ ਹੋ ਤੁਸੀਂ ਕਲਾਸ ਦੇ ਵਿੱਚ, ਤੁਸੀਂ ਉਹਨਾਂ ਨੂੰ ਕਹਿ ਰਹੇ ਹੋ ਉਹ ਲੋਕੋ ਸੁਣੋ, ਇੱਦਾਂ ਨਹੀਂ ਕਹੋਗੇ, ਤੁਸੀਂ ਉਹਨਾਂ ਨੂੰ ਬੱਚਿਓ ਕਹੋਗੇ, ਰਜੇ ਕਹੋਗੇ, ਰਜੇ ਇੱਦਾਂ ਗੱਲ ਹੈ,
ਬੱਚਿਓ ਇੱਦਾਂ ਗੱਲ ਹੈ, ਪਿਆਰੇ ਵਿਦਿਆਰਥੀਓ ਇੱਦਾਂ, ਡੀਅਰ ਸਟੂਡੈਂਟਸ ਇੱਦਾਂ। ਠੀਕ ਹੈ, ਤਾਂ ਸ਼ਬਦਾਵਲੀ ਢੁਕਵੀਂ ਹੋਵੇ, ਸਹੀ ਹੋਵੇ, ਅਤੇ ਭਾਸ਼ਣ ਜਿਹੜਾ ਤਰਕਮਈ ਹੋਵੇ, ਡਿਸਕਰਸ ਹੋਵੇ, ਮੀਨਸ ਕਿ ਤੁਸੀਂ ਇੱਦਾਂ ਕਹਿ ਸਕਦੇ ਹੋ ਕਿ ਉਸ ਦੇ ਵਿੱਚ ਤਰਕ ਹੋਵੇ, ਗੱਲ ਸਹੀ ਕਹੀ ਗਈ ਹੋਵੇ, ਇਹ ਨਾ ਹੋਵੇ ਤੁਸੀਂ ਗੱਲੇ ਗਲਤ ਕਹਿਤੀ। ਠੀਕ ਹੈ, ਤਾਂ ਭਾਸ਼ਣ ਹੈ ਜਿਹੜਾ ਤਰਕਮਈ ਹੋਣਾ ਚਾਹੀਦਾ ਹੈ। ਤਾਂ ਇਸ ਤਰ੍ਹਾਂ ਜੇਕਰ ਇਹ ਸਭ ਚੀਜ਼ਾਂ ਹੋਣਗੀਆਂ ਤਾਂ ਆਪਣੀ ਜਿਹੜੀ ਸਪੀਕਿੰਗ ਹੈ, ਠੀਕ ਹੈ, ਉਸ ਨੂੰ ਆਪਾਂ ਇੱਕ ਸਹੀ ਤਰੀਕੇ ਨਾਲ ਐਜ਼ ਏ ਟੂਲ ਵਰਤ ਸਕਾਂਗੇ। ਇਹ ਸਭ ਚੀਜ਼ਾਂ ਹੈਗੀਆਂ ਤਾਂ ਆਪਣਾ ਭਾਸ਼ਣ ਹੈ ਜਿਹੜਾ ਉਹ ਘੈਂਟ ਬਣੂਗਾ, ਉਹਨੂੰ ਆਪਾਂ ਵਧੀਆ ਤਰੀਕੇ ਨਾਲ ਵਰਤ ਸਕਾਂਗੇ, ਸਭ ਕੁਛ ਆਪਾਂ ਕਮਾ ਸਕਾਂਗੇ। ਤਾਂ ਦੋਸਤੋ ਇਸ ਤਰੀਕੇ ਨਾਲ ਆਪਣਾ ਇਹ ਟੌਪਿਕ ਜਿਹੜਾ ਇਹ ਸਮਾਪਤ ਹੁੰਦਾ ਹੈ। ਇਸ ਦੇ ਨਾਲ ਰਿਲੇਟਡ ਕੁਝ ਕੁਐਸਚਨ ਹੋਣਗੇ ਤਾਂ ਮੈਂ ਐਪ ਦੇ ਉੱਤੇ ਅਪਲੋਡ ਕਰ ਦੇਵਾਂਗਾ, ਤੁਸੀਂ ਹੁਣੇ ਜਾਓ, ਡਿਸਕ੍ਰਿਪਸ਼ਨ ਦੇ ਵਿੱਚ ਲਿੰਕ ਹੈ, ਪੈਨ ਕੀਤਾ ਹੋਇਆ ਕਮੈਂਟ ਬਾਕਸ ਦੇ ਵਿੱਚ। ਠੀਕ ਹੈ, ਤਾਂ ਕਮੈਂਟ ਬਾਕਸ ਦੇ ਵਿੱਚ ਜਾਓ ਐਪ 'ਤੇ, ਜਾਂ ਫਿਰ ਤੁਸੀਂ ਪਲੇ ਸਟੋਰ 'ਤੇ ਜਾ ਕੇ ਸਰਚ ਕਰ ਲਿਓ ਸਟੱਡੀ ਫਾਈਟਰਸ, ਤੁਹਾਨੂੰ ਐਪ ਇੱਕ ਦੂਜੇ ਤੀਜੇ ਨੰਬਰ 'ਤੇ ਕਿਤੇ ਮਿਲ ਜੂਗੀ। ਠੀਕ ਹੈ, ਤਾਂ ਤੁਸੀਂ ਐਪ ਨੂੰ ਜਾ ਕੇ ਇੰਸਟਾਲ ਕਰੋ ਅਤੇ ਉਸ ਤੋਂ ਬਾਅਦ ਤੁਸੀਂ ਸੀਟੈਟ ਦੀ ਪ੍ਰੀਵੀਅਸ ਈਅਰ ਦੇਖੋ, ਟੈਸਟ ਲਗਾਓ। ਥੈਂਕ ਯੂ ਸੋ ਮੱਚ।